ਹਾਜ਼ਰੀਨ ਮੁਅੱਜ਼ਜ਼ ਅਫਰਾਦ, ਉਡਾਨ ਇੰਸਟੀਚਿਊਟ ਬਠਿੰਡਾ ਦੀ ਲਾਈਵ ਕਲਾਸ ਦੇ ਵਿੱਚ ਤੁਹਾਡਾ ਖੈਰ ਮਕਦਮ ਹੈ। ਤੋ ਮਾਸਟਰ ਕੇਡਰ ਦੇ ਸੰਦਰਭ ਦੇ ਵਿੱਚ ਜੋ MCQ ਦੀ ਅਸੀਂ ਸ਼੍ਰੰਖਲਾ ਆਰੰਭੀ ਹੋਈ ਹੈਗੀ ਆ, ਉਸ ਦੀ ਕੜੀ ਦੀ ਅਗਲੀ ਕੜੀ ਦੇ ਤਹਿਤ ਅਗਲੇ ਸਾਡੇ ਕੁਛ ਜਿਹੜੇ ਕੁਐਸਚਨ ਹੈਗੇ ਨੇ ਉਹ ਅਸੀਂ ਤੁਹਾਨੂੰ ਅੱਜ ਹੱਲ ਕਰਵਾਵਾਂਗੇ। ਤੋ ਜੁੜੇ ਰਹੋ ਸਾਡੇ ਨਾਲ। ਤੋ ਪਹਿਲਾ ਕੁਐਸਚਨ ਹੈਗਾ ਸਾਡੇ ਕੋਲ ਇੱਥੇ, ਸਾਹਿਤ ਦਾ ਸੰਬੰਧ ਹੈ। ਪਹਿਲਾਂ ਤਾਂ ਸਾਹਿਤ ਕੀ ਹੈ? ਸਭ ਤੋਂ ਪਹਿਲੀ ਗੱਲ ਤੇ ਸਾਹਿਤ ਦੀ ਡੈਫੀਨੇਸ਼ਨ ਆਫ ਲਿਟਰੇਚਰ, ਇਹਦੀ ਪ੍ਰਕਿਰਤੀ ਕੀ ਹੈ, ਇਹਦਾ ਲੱਛਣ ਕੀ ਹੈ, ਇਹਦੀ ਪਰਿਭਾਸ਼ਾ ਕੀ ਹੈ। ਤੋ ਸਾਹਿਤ ਹੈ ਜਿਹੜਾ ਭਾਰਤੀ ਸ਼ਾਸਤਰ ਦੇ ਵਿੱਚ ਸਤਿਅਮ ਸ਼ਿਵਮ ਸੁੰਦਰਮ ਦਾ ਧਾਰਨੀ ਹੈਗਾ, ਕਲਿਆਣਕਾਰੀ ਹੈ, ਸਰਬ ਸਾਂਝਾ ਹੈ, ਸੱਚਾ ਹੈ, ਸੁੰਦਰ ਹੈ। ਤੋ ਦੂਸਰਾ ਜਿਹੜਾ ਹੈਗਾ ਹੈ, ਸਾਹਿਤ ਮੂਲ ਰੂਪ ਦੇ ਵਿੱਚ ਕਿਸੇ ਜੀਵੰਤ ਭਾਸ਼ਾ ਦਾ ਇੱਕ ਉਹ ਰੂਪ ਹੁੰਦਾ ਹੈਗਾ, ਕਿਸੇ ਸਮਾਜ ਦੀ ਭਾਸ਼ਾ ਦਾ ਜੀਵੰਤ ਰੂਪ ਦੇ ਵਿੱਚ ਉਹ ਧਰੋਹਰ ਹੁੰਦੀ ਹੈਗੀ ਜੋ ਪੀੜ੍ਹੀ ਦਰ ਪੀੜ੍ਹੀ ਉਹਨੂੰ ਅੱਗੇ ਨਾਲ ਨਾਲ ਉਹਦੇ ਸਮਾਜ ਦੇ ਜਿਹੜੀ ਚੱਲਦੀ ਰਹਿੰਦੀ ਹੈ। ਡਾਕਟਰ ਬੂਟਾ ਸਿੰਘ ਬਰਾੜ ਇਹਨੂੰ ਪ੍ਰਭਾਸ਼ਿਤ ਕਰਦੇ ਹੋਏ ਕਹਿੰਦੇ ਨੇ, ਬੜੀ ਸੋਹਣੀ ਪਰਿਭਾਸ਼ਾ ਉਹਨਾਂ ਨੇ ਘੜੀ ਹੈਗੀ ਇਹਦੇ ਵਾਸਤੇ, ਕਿ ਸਾਹਿਤ ਜਿਹੜਾ ਹੈ ਉਹ ਮਨੁੱਖੀ ਅਨੁਭਵ ਦੀ ਕਲਾਤਮਕ ਪੇਸ਼ਕਾਰੀ ਹੈ, ਕਲਾਯੁਕਤ ਪੇਸ਼ਕਾਰੀ ਹੈਗੀ ਹੈ ਜਿਹੜਾ ਉਹ ਸਾਹਿਤ ਹੁੰਦਾ ਹੈ। ਇਹਨਾਂ ਨੇ ਸਾਥੋਂ ਪੁੱਛਿਆ ਹੈਗਾ ਕਿ ਸੰਬੰਧ ਕਿਹਦੇ ਨਾਲ ਹੈ? ਇਤਿਹਾਸ ਨਾਲ ਸਾਹਿਤ ਦਾ ਕੋਈ ਦੂਰ ਨੇੜੇ ਦਾ ਵੀ ਰਿਸ਼ਤਾ ਨਹੀਂ ਹੈਗਾ। ਸਾਹਿਤ ਦਾ ਇਤਿਹਾਸ ਤਾਂ ਹੁੰਦਾ ਹੈ, ਪਰ ਮੂਲ ਰੂਪ ਦੇ ਵਿੱਚ ਹਿਸਟਰੀ ਨਾਲ ਇਤਿਹਾਸ ਨਾਲ ਸੰਬੰਧ ਕੋਈ ਇਤਿਹਾਸ ਦਾ ਜ਼ਿਆਦਾ ਨਹੀਂ ਜੁੜਦਾ ਹੈਗਾ। ਇਸ ਕਰਕੇ ਸਾਡੀ ਆਪਸ਼ਨ ਗਲਤ ਹੈਗੀ ਹੈ। ਦੂਸਰਾ ਇਹਨਾਂ ਨੇ ਪੁੱਛਿਆ ਦਰਸ਼ਨ ਨਾਲ, ਦਰਸ਼ਨ ਜਾਂ ਫਿਲਾਸਫੀ ਨਾਲ। ਫਿਲਾਸਫੀ ਦਾ ਫੀਲਡ ਹੀ ਵੱਖਰਾ ਲਿਟਰੇਚਰ ਦੇ ਨਾਲੋਂ, ਦੋਨੇ ਇੱਕ ਦੂਜੇ ਦੇ ਜਿਹੜੇ ਹੈਗੇ ਨੇ ਉਹ ਵਿਰੋਧੀ ਸਬਜੈਕਟ ਹੈਗੇ ਨੇ, ਇਸ ਕਰਕੇ ਦਰਸ਼ਨ ਨਾਲ ਵੀ ਇਹਦਾ ਕੋਈ ਲੈਣ ਦੇਣ ਨਹੀਂ ਜੁੜਦਾ। ਲਾਸਟ ਤੇ ਹੈ ਧਰਮ ਨਾਲ। ਤੋ ਧਰਮ ਨਾਲ ਵੀ ਸਾਹਿਤ ਦਾ ਕੋਈ ਸੰਬੰਧ ਨਹੀਂ ਹੁੰਦਾ। ਲਿਟਰੇਚਰ ਦਾ ਧਰਮ ਦੇ ਨਾਲ, ਠੀਕ ਹੈ, ਧਾਰਮਿਕ ਲਿਟਰੇਚਰ ਜ਼ਰੂਰ ਹੁੰਦਾ ਹੈ, ਧਾਰਮਿਕ ਸਾਹਿਤ ਜ਼ਰੂਰ ਹੁੰਦਾ ਹੈ, ਪਰ ਉਹਦੇ ਨਾਲ ਉਹਦਾ ਬਹੁਤਾ ਕੋਈ ਨਜ਼ਦੀਕੀ ਰਿਸ਼ਤਾ ਨਹੀਂ ਹੁੰਦਾ। ਸਾਹਿਤ ਦਾ ਸੰਬੰਧ ਕਿਹਦੇ ਨਾਲ ਹੁੰਦਾ ਹੈ? ਭਾਸ਼ਾ ਦੇ ਨਾਲ, ਕਿਉਂਕਿ ਭਾਸ਼ਾ ਦੇ ਵਿੱਚ ਹੀ ਜਿਹੜਾ ਹੈਗਾ ਸਾਹਿਤ ਦੀ ਜਿਹੜੀ ਅਭਿਵਿਅੰਜਨਾ ਕੀਤੀ ਜਾਂਦੀ ਹੈ, ਪੇਸ਼ਕਾਰੀ ਕੀਤੀ ਜਾਂਦੀ ਹੈ, ਭਾਵੇਂ ਉਹ ਕੋਈ ਵੀ ਭਾਸ਼ਾ ਹੋਵੇ। ਹਰੇਕ ਭਾਸ਼ਾ ਦਾ ਆਪਣਾ ਸਾਹਿਤ ਹੈ, ਹਰੇਕ ਭਾਸ਼ਾ ਦਾ ਆਪਣੇ ਸਾਹਿਤ ਦੇ ਪਹਿਲੂ ਹੈਗੇ ਨੇ, ਹਰੇਕ ਭਾਸ਼ਾ ਦੀ ਜਿਹੜੇ ਉਹਦੇ ਕੋਲੇ ਉਹਦਾ ਭੰਡਾਰ ਹੈਗਾ ਸਾਹਿਤ ਦਾ ਆਪਣਾ ਹੀ ਹੈਗਾ, ਅਮੀਰ ਭੰਡਾਰ ਹੁੰਦਾ ਹਰੇਕ ਭਾਸ਼ਾ ਦਾ। ਤੋ ਇਸ ਕਰਕੇ ਜਿਹੜਾ ਸਾਹਿਤ ਦਾ ਸੰਬੰਧ ਹੈਗਾ ਜਾਂ ਲਿਟਰੇਚਰ ਦਾ ਰਿਸ਼ਤਾ ਹੈਗਾ ਜਾਂ ਉਹਦਾ ਰਿਲੇਸ਼ਨ ਹੈਗੇ ਆ, ਉਹ ਲੈਂਗੁਏਜ ਦੇ ਨਾਲ ਜਾਂ ਭਾਸ਼ਾ ਦੇ ਨਾਲ ਹੁੰਦੇ ਹੈਗੇ ਨੇ। ਇੱਥੇ ਸਾਡਾ ਜਿਹੜਾ ਆਨਸਰ ਹੈਗਾ, ਕਰੈਕਟ ਆਨਸਰ ਹੈਗਾ, ਉਹ ਇੱਥੇ ਹੀ ਆਏਗਾ ਜੀ, ਭਾਸ਼ਾ ਦੇ ਨਾਲ ਇਹਦੇ ਸੰਬੰਧ ਹੁੰਦੇ ਹੈਗੇ ਨੇ। ਤੋ ਨੈਕਸਟ ਹੈ, ਜੀਣਾ ਵੀ ਇੱਕ ਅਦਾ ਹੈ। ਇਹ ਜੀਵਨੀ ਹੈ, ਸਵੈ ਜੀਵਨੀ ਹੈ, ਡਾਇਰੀ ਹੈ ਜਾਂ ਸਫ਼ਰਨਾਮਾ ਹੈਗਾ। ਤੋ ਮੂਲ ਰੂਪ ਦੇ ਵਿੱਚ ਇੱਕ ਚੀਜ਼ ਯਾਦ ਰੱਖਣੀ ਹੈਗੀ ਹੈ, ਚਾਰ ਸਾਡੇ ਕੋਲੇ ਆਪਸ਼ਨ ਨੇ। ਜੀਵਨੀ ਤਾਂ ਉਹ ਹੁੰਦੀ ਹੈ ਜਿਹੜੀ ਕਿਸੇ ਦੁਆਰਾ ਕਿਸੇ ਲੇਖਕ ਦੇ ਜੀਵਨ ਦੇ ਨਾਲ ਸੰਬੰਧਿਤ ਘਟਨਾਵਾਂ ਦਾ ਵਿਵਰਣ ਪੇਸ਼ ਕੀਤਾ ਜਾਵੇ, ਉਹਨੂੰ ਜੀਵਨੀ ਕਹਿੰਦੇ ਨੇ। ਜੀਵਨੀ ਤੇ ਲੇਖ ਦੇ ਵਿੱਚ ਬੜੀ ਸਮਾਨਤਾ ਹੁੰਦੀ ਹੈ। ਲੇਖ ਥੋੜਾ ਜਿਹਾ ਵਿੱਚ ਉਹਦੇ ਚ ਇਮੈਜੀਨੇਸ਼ਨ ਦੀ ਜਿਹੜੀ ਹੈਗੀ ਹੈ ਬਹੁਤਾਤ ਆ ਜਾਂਦੀ, ਪਰ ਜੀਵਨੀ ਮੂਲ ਰੂਪ ਦੇ ਵਿੱਚ ਇਮੈਜੀਨੇਸ਼ਨ ਤੋਂ ਰਹਿਤ ਹੁੰਦੀ ਹੈਗੀ, ਇੱਕ ਸੁਰਖਰੂ ਰੂਪ ਹੁੰਦਾ ਹੈਗਾ। ਜੇ ਕਿਸੇ ਦੀ ਕੋਈ ਜੀਵਨੀ ਕਿਸੇ ਦੇ ਕੋਈ ਜੀਵਨ ਦੇ ਬਰਤਾਂਤ ਨੂੰ ਲਿਖਦਾ, ਉਹਨੂੰ ਜੀਵਨੀ ਕਿਹਾ ਜਾਂਦਾ। ਉਸ ਤੋਂ ਬਾਅਦ ਹੈਗੀ ਹੈ ਸਵੈ ਜੀਵਨੀ। ਇਹ ਸ਼ੈ ਜੀਵਨੀ ਲਿਖਿਆ ਪਿਆ ਇੱਥੇ ਵਾਹਵਾ ਆਉਣਾ ਸੀਗਾ ਸਵੈ ਜੀਵਨੀ। ਸਵੈ ਜੀਵਨੀ ਅੰਗਰੇਜ਼ੀ ਦੇ ਆਟੋਬਾਇਓਗ੍ਰਾਫੀ ਦਾ ਇੱਕ ਪਰਿਆਏ ਹੈ। ਤੋ ਸਵੈ ਜੀਵਨੀ ਹੁੰਦਾ ਆਤਮ ਬਰਤਾਂਤ, ਆਪਣੇ ਜੀਵਨ ਦੀਆਂ ਘਟਨਾਵਾਂ ਦਾ ਵਿਵਰਣ ਆਪ ਪੇਸ਼ ਕਰਨਾ, ਉਹਨੂੰ ਸਵੈ ਜੀਵਨੀ ਆਖਿਆ ਜਾਂਦਾ। ਆਪਣੇ ਜੀਵਨ, ਬੀਤ ਚੁੱਕੇ ਜੀਵਨ ਨੂੰ ਜਿਹੜਾ ਹੈਗਾ ਕਲਮਬੱਧ ਕਰਨਾ, ਸਾਹਿਤਕ ਰੂਪ ਜਿਹੜਾ ਹੈਗਾ ਉਹ ਜੀਵਨੀ ਅਖਵਾਉਂਦਾ ਹੈਗਾ। ਲਾਸਟ ਤੇ ਡਾਇਰੀ। ਤੋ ਡਾਇਰੀ ਕੀ ਹੁੰਦਾ ਹੈਗਾ? ਡਾਇਰੀ ਰੋਜ਼ਮर्रा ਦੀਆਂ ਜ਼ਿੰਦਗੀਆਂ ਦਾ, ਆਪਣੇ ਜੀਵਨ ਦੇ ਜ਼ਿੰਦਗੀਆਂ ਦਾ ਇੱਕ ਵਿਵਰਣ ਪੇਸ਼ ਕੀਤਾ ਗਿਆ ਹੁੰਦਾ ਹੈਗਾ ਉਹਦੇ ਵਿੱਚ, ਉਸ ਨੂੰ ਡਾਇਰੀ ਕਿਹਾ ਜਾਂਦਾ ਹੈ। ਤੇ ਲਾਸਟ ਤੇ ਹੈ ਸਫ਼ਰਨਾਮਾ। ਸਫ਼ਰਨਾਮਾ ਕੀ ਹੈਗਾ? ਸਫ਼ਰਨਾਮਾ ਕਿਸੇ ਦੇਸ਼ ਦੇਸ਼ਾਂਤਰਾਂ ਜਾਂ ਕਿਸੇ ਪਹਾੜਾਂ ਜਾਂ ਕਿਸੇ ਹੋਰ ਜਿਹੜਾ ਹੈਗਾ ਕਿਤੋਂ ਦੇ ਭ੍ਰਮਣ ਦਾ ਉਹਦੇ ਵਿੱਚ ਵਰਣਨ ਕੀਤਾ ਗਿਆ ਹੁੰਦਾ, ਕਲਾਤਮਕ ਰੂਪ ਦੇ ਵਿੱਚ ਕਿਸੇ ਥਾਂ ਦੇ ਕੀਤੇ ਭ੍ਰਮਣ ਦੇ ਵਰਣਨ ਨੂੰ ਸਫ਼ਰਨਾਮਾ ਆਖਿਆ ਜਾਂਦਾ ਹੈਗਾ। ਤੋ ਇਹ ਚਾਰ ਵਿਧਾਵਾਂ ਸਾਹਿਤ ਦੀਆਂ ਹੀ ਵਿਧਾਵਾਂ ਨੇ, ਮੂਲ ਰੂਪ ਦੇ ਵਿੱਚ ਸਾਹਿਤ ਦੇ ਹੀ ਰੂਪ ਨੇ। ਪਰ ਜਿਹੜੀ ਉੱਪਰ ਸਾਥੋਂ ਪੁੱਛਿਆ ਜੀਣਾ ਵੀ ਇੱਕ ਅਦਾ ਹੈ, ਇਹ ਜਿਹੜੀ ਹੈਗੀ ਹੈ ਇਹ ਸਵੈ ਜੀਵਨੀ ਹੈਗੀ ਹੈ। ਮੂਲ ਰੂਪ ਦੇ ਵਿੱਚ ਸਾਡਾ ਆਨਸਰ ਜਿਹੜਾ ਹੈਗਾ ਇੱਥੇ ਆੜਾ ਆਏਗਾ, ਇਹ ਇੱਕ ਸਵੈ ਜੀਵਨੀ ਹੈ। ਕਬੀਰ ਸਨਮਾਨ ਤੇ ਸਰਸਵਤੀ ਸਨਮਾਨ ਕਿਸ ਨੂੰ ਮਿਲਿਆ? ਸਾਡੇ ਕੋਲ ਇੱਥੇ ਚਾਰ ਬੰਦੇ ਹੈਗੇ ਨੇ। ਪਹਿਲਾਂ ਤਾਂ ਕਹਾਣੀਕਾਰ ਨੇ ਕਰਤਾਰ ਸਿੰਘ ਦੁੱਗਲ, ਇਹ ਕਹਾਣੀਕਾਰ ਨੇ। ਇਹਨਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਤਾਂ ਮਿਲਿਆ ਹੈਗਾ, ਪਰ ਕਬੀਰ ਤੇ ਸਰਸਵਤੀ ਨਹੀਂ ਮਿਲਿਆ ਹੈਗਾ। ਉਸ ਤੋਂ ਬਾਅਦ ਦੇ ਵਿੱਚ ਅੰਮ੍ਰਿਤਾ ਪ੍ਰੀਤਮ ਹੈ, ਜਿਹੜੀ ਕਵਿੱਤਰੀ ਹੈ ਤੇ ਨਾਵਲਕਾਰ ਹੈ।
ਨਾਵਲਕਾਰ ਹੈ। ਯਾਦ ਰੱਖਣ ਯੋਗ ਗੱਲ ਇਹ ਕਿ ਜਿੰਨੀਆਂ ਉਹਨੇ ਕਵਿਤਾਵਾਂ ਲਿਖੀਆਂ ਅੰਮ੍ਰਿਤਾ ਪ੍ਰੀਤਮ ਨੇ, ਉਨੇ ਹੀ ਉਹਨੇ ਨਾਵਲ ਲਿਖੇ ਨੇ। ਨਾਵਲ ਬਹੁਤ ਵੱਡੀ ਨਾਵਲਕਾਰ ਹੈ। ਤੋ ਮਹਾਨਗਰ ਦੇ ਜੀਵਨ ਦੀਆਂ ਘਟਨਾਵਾਂ ਦਾ ਜਿਹੜਾ ਬਿਰਤਾਂਤਕ ਰੂਪ, ਜਿਹੜਾ ਨਾਵਲ ਦੇ ਰੂਪ ਦੇ ਵਿੱਚ ਜਿਹੜਾ ਹੈਗਾ ਵਿਖਿਆਤ ਕਰਨ ਵਾਲੀ ਅੰਮ੍ਰਿਤਾ ਪ੍ਰੀਤਮ ਬਹੁਤ ਵੱਡੀ ਨਾਵਲਕਾਰਾ ਹੈਗੀ ਹੈ। ਉਸ ਤੋਂ ਬਾਅਦ ਦੇ ਵਿੱਚ ਹੈਗਾ ਦਵਿੰਦਰ ਸਤਿਆਰਥੀ। ਤੋ ਦਵਿੰਦਰ ਸਤਿਆਰਥੀ ਮੂਲ ਰੂਪ ਦੇ ਵਿੱਚ ਲੋਕ ਸਾਹਿਤ ਇਕੱਤਰ ਕਰਨ ਵਾਲਾ ਜਾਂ ਲੋਕ ਗੀਤ ਜਿਹੜੇ ਹੈਗੇ ਨੇ ਉਹ ਇਕੱਤਰ ਕਰਨ ਵਾਲਾ ਜਿਹੜਾ ਹੈਗਾ ਖੁਜਾਰਥੀ ਰਿਹਾ। ਮੂਲ ਰੂਪ ਦੇ ਵਿੱਚ ਲੋਕ ਗੀਤਾਂ ਦਾ ਜਿਹੜਾ ਹੈਗਾ ਉਹ ਲੱਭਣਹਾਰਾ ਭਾਲਣਹਾਰਾ ਹੈਗਾ ਜਿਹੜਾ ਬੰਦਾ ਹੈਗਾ। ਤੋ ਇਹ ਵੀ ਇਸ ਬੰਦੇ ਨੂੰ ਇਹ ਸਨਮਾਨ ਨਹੀਂ ਮਿਲੇ। ਔਰ ਇਹ ਸਨਮਾਨ ਜਿਹੜੇ ਮਿਲੇ ਹੈਗੇ ਨੇ ਉਹ ਹੈਗੇ ਨੇ ਡਾਕਟਰ ਹਰਭਜਨ ਸਿੰਘ। ਇਹ ਡਾਕਟਰ ਹਰਭਜਨ ਸਿੰਘ ਨੂੰ ਇਹ ਦੋਨੇ ਸਨਮਾਨ ਮਿਲੇ ਨੇ। ਬਿਰਲਾ ਫਾਊਂਡੇਸ਼ਨ ਵੱਲੋਂ ਦਿੱਤਾ ਜਾਂਦਾ ਹੈਗਾ ਜਿਹੜਾ ਸਰਸਵਤੀ ਸਨਮਾਨ ਹੈ ਔਰ ਕਬੀਰ ਸਨਮਾਨ, ਔਰ ਇਹ ਡਾਕਟਰ ਹਰਭਜਨ ਸਿੰਘ ਨੂੰ ਮਿਲੇ ਨੇ। ਡਾਕਟਰ ਹਰਭਜਨ ਸਿੰਘ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਰਹੇ ਨੇ ਹਿੰਦੀ ਵਿਭਾਗ ਦੇ, ਔਰ ਬਹੁਤ ਵੱਡੇ ਕ੍ਰਿਟਿਕ ਹੈਗੇ ਨੇ, ਬਹੁਤ ਵੱਡੇ ਆਲੋਚਕ ਹੈਗੇ ਨੇ, ਸਮੀਖਿਆਕਾਰ ਹੈਗੇ ਨੇ, ਸੰਰਚਨਾਵਾਦੀ ਜਾਂ ਸੋਝਵਾਦੀ ਆਲੋਚਕ ਜਿਹੜੇ ਡਾਕਟਰ ਹਰਭਜਨ ਸਿੰਘ ਹੈਗੇ ਨੇ। ਔਰ ਇਹਨਾਂ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ, ਕਬੀਰ ਸਨਮਾਨ, ਸਰਸਵਤੀ ਸਨਮਾਨ ਨਾਲ ਜਿਹੜਾ ਹੈਗਾ ਇਹਨਾਂ ਨੂੰ ਨਵਾਜਿਆ ਗਿਆ ਹੈਗਾ। ਤਾਂ ਸਾਡਾ ਲਾਸਟ ਵਾਲਾ ਆਪਸ਼ਨ ਹੈ ਇੱਥੇ ਡਾਕਟਰ ਹਰਭਜਨ ਸਿੰਘ ਦਿੱਲੀ ਯੂਨੀਵਰਸਿਟੀ ਵਾਲੇ। ਸਮਾਜ ਸ਼ਾਸਤਰੀ ਪ੍ਰਣਾਲੀ ਦਾ ਮੁੱਖ ਸੰਬੰਧ ਹੈ ਕਿਸ ਨਾਲ ਹੈ? ਤੋ ਸਾਡੇ ਕੋਲ ਇੱਥੇ 4 ਆਪਸ਼ਨ ਨੇ। ਤੋ ਮਨੁੱਖ ਨਾਲ ਹੈ, ਮਨੁੱਖੀ ਭਾਈਚਾਰੇ ਨਾਲ ਹੈ, ਪਰਿਵਾਰ ਨਾਲ ਹੈ ਜਾਂ ਵੰਸ਼ ਨਾਲ ਹੈ। ਤੋ ਸਭ ਤੋਂ ਪਹਿਲਾਂ ਪ੍ਰਥਮ ਜਿਹੜਾ ਹੈਗਾ ਮਨੁੱਖ ਨਾਲ ਹੈ ਇਹਦਾ ਸੰਬੰਧ। ਬਾਕੀ ਉਸ ਤੋਂ ਬਾਅਦ ਜਿਹੜਾ ਹੈਗਾ ਬਾਕੀ ਤੇ ਇਹ ਪ੍ਰਾਇਮਰੀ ਹੈ, ਬਾਕੀ ਸੈਕੰਡਰੀ ਨੇ ਸਾਰੀਆਂ ਵਿਧਾਵਾਂ। ਤੋ ਇਹਦਾ ਸੰਬੰਧ ਜਿਹੜਾ ਹੈਗਾ ਪਹਿਲਾਂ ਮਨੁੱਖ ਨਾਲ ਹੈ। ਉਸ ਤੋਂ ਬਾਅਦ ਪਹਿਲਾਂ ਮਨੁੱਖ ਹੋਂਦ ਵਿੱਚ ਆਉਂਦਾ, ਫਿਰ ਹੀ ਉਸ ਦਾ ਭਾਈਚਾਰਾ, ਪਰਿਵਾਰ ਤੇ ਵੰਸ਼ ਹੋਂਦ ਦੇ ਵਿੱਚ ਜਿਹੜਾ ਹੈਗਾ ਉਹ ਆਉਂਦਾ ਹੈ। ਪਹਿਲਾਂ ਤੇ ਪ੍ਰਾਇਮਰੀ ਮਨੁੱਖ ਹੈ। ਪੰਜਾਬੀ ਸਾਹਿਤ ਦਾ ਆਰੰਭ ਹੁੰਦਾ ਹੈ ਗੁਰੂ ਨਾਨਕ ਸਾਹਿਬ ਦੀ ਬਾਣੀ ਨਾਲ। ਗੁਰੂ ਨਾਨਕ ਸਾਹਿਬ ਦੀ ਬਾਣੀ ਨਾਲ ਪੰਜਾਬੀ ਸਾਹਿਤ ਦਾ ਆਰੰਭ ਨਹੀਂ ਹੁੰਦਾ, ਇਸ ਕਰਕੇ ਇਹ ਵੀ ਆਪਸ਼ਨ ਨਹੀਂ ਹੈਗੀ। ਅਮੀਰ ਖੁਸਰੋ ਦੀਆਂ ਬੁਝਾਰਤਾਂ ਨਾਲ। ਅਮੀਰ ਖੁਸਰੋ ਦਾ ਤਾਂ ਸਮਾਂ ਹੀ ਜੇਕਰ ਇਹ ਗੁਰੂ ਅਰਜਨ ਦੇਵ ਜੀ ਦਾ ਸਮਕਾਲੀ ਹੈ, ਤੇ ਜੇਕਰ ਗੁਰੂ ਨਾਨਕ ਬਾਣੀ ਨਾਲ ਆਰੰਭ ਨਹੀਂ ਹੁੰਦਾ ਤੇ ਅਮੀਰ ਖੁਸਰੋ ਨਾਲ ਕਿਵੇਂ ਹੋ ਜਾਊਗਾ? ਇਸ ਕਰਕੇ ਇਹ ਵੀ ਨਹੀਂ ਹੈਗਾ, ਕਿਉਂਕਿ ਗੁਰੂ ਨਾਨਕ ਸਾਹਿਬ ਤੇ ਅਮੀਰ ਖੁਸਰੋ ਤੋਂ ਪਹਿਲਾਂ ਹੋਏ ਨੇ। ਉਸ ਤੋਂ ਬਾਅਦ ਦੇ ਵਿੱਚ ਆ ਗਿਆ ਬਾਬਾ ਫਰੀਦ ਦੇ ਸ਼ਲੋਕਾਂ ਨਾਲ। ਤੋ ਬਾਬਾ ਫਰੀਦ ਵੀ ਜਿਹੜੇ ਹੈਗੇ ਨੇ ਉਹ 1173 ਤੋਂ 1265 ਦਾ ਉਹਨਾਂ ਦਾ ਸਮਾਂ ਹੈ। ਤੋ ਉਦੋਂ ਪਹਿਲਾਂ ਜਿਹੜਾ ਹੈਗਾ ਗੋਰਖਨਾਥ ਹੋ ਚੁੱਕਿਆ ਹੈ 940 ਦੇ ਵਿੱਚ। ਡਾਕਟਰ ਮੋਹਨ ਸਿੰਘ ਦੀਵਾਨਾ ਦੇ ਅਨੁਸਾਰ 940 ਤੋਂ 1020। ਤੋ ਗੋਰਖਨਾਥ ਦਾ ਜਿਹੜਾ ਸਮਾਂ ਹੈਗਾ ਹੈ ਉਹਦੇ ਵਿੱਚ ਪੰਜਾਬੀ ਲਿਟਰੇਚਰ ਦਾ ਜਿਹੜਾ ਸੀ, ਪੰਜਾਬੀ ਸਾਹਿਤ ਦਾ ਆਰੰਭ ਹੋਇਆ ਸੀਗਾ। ਇਸ ਕਰਕੇ ਸਾਡੀ ਜਿਹੜੀ ਸਹੀ ਆਪਸ਼ਨ ਹੈਗੀ ਉਹ ਲਾਸਟ ਵਾਲੀ ਹੈ ਸੱਸਾ। ਗੋਰਖਨਾਥ ਦੇ ਨਾਲ ਜਿਹੜਾ ਹੈਗਾ ਪੰਜਾਬੀ ਸਾਹਿਤ ਦਾ ਆਰੰਭ ਜਿਹੜਾ ਹੈਗਾ ਉਹ ਹੁੰਦਾ ਹੈ। ਕਿਹੜੀ ਰਚਨਾ ਉੱਪਰ ਸੂਫੀ ਵਿਚਾਰਧਾਰਾ ਦਾ ਪ੍ਰਭਾਵ ਹੈ? ਹਿੱਸਾ ਪੂਰਨ ਭਗਤ। ਤੋ ਪੂਰਨ ਭਗਤ ਦੇ ਉੱਪਰ ਸੂਫੀਜ਼ਮ ਦਾ ਪ੍ਰਭਾਵ ਨਹੀਂ ਹੈਗਾ, ਇਹਦੇ ਤੇ ਸਨਾਤਨੀ ਜਿਹੜਾ ਹੈਗਾ ਦਰਸ਼ਨ ਦਾ ਜਾਂ ਵਿਦਾਂਤ ਦਾ ਪ੍ਰਭਾਵ ਹੈਗਾ। ਵਿਦਾਂਤ ਦਾ ਪ੍ਰਭਾਵ ਜ਼ਰੂਰ ਹੈ ਪਰ ਸੂਫੀਜ਼ਮ ਦਾ ਪ੍ਰਭਾਵ ਨਹੀਂ ਹੈ। ਸੋਹਣੀ ਮਹੀਵਾਲ। ਤੋ ਸੋਹਣੀ ਮਹੀਵਾਲ ਰੋਮਾਂਟਿਕ ਹੈ, ਇਹਦੇ ਤੇ ਵੀ ਪ੍ਰਭਾਵ ਨਹੀਂ ਹੈਗਾ। ਉਸ ਤੋਂ ਬਾਅਦ ਦੇ ਵਿੱਚ ਮਿਰਜ਼ਾ ਸਾਹਿਬਾਂ। ਤੋ ਮਿਰਜ਼ਾ ਸਾਹਿਬਾਂ ਵੀ ਰੋਮਾਂਟਿਕ ਤੇ ਵੀਰ ਰਸੀ ਕਰੁਣਾ ਰਸ ਨਾਲ ਭਰਪੂਰ ਹੈ। ਰੋਮਾਂਟਿਕ ਹੈ ਤੇ ਕਰੁਣਾ ਰਸ ਇਹਦੇ ਵਿੱਚ ਕਰੁਣਾ ਰਸ ਨਾਲ ਭਰਪੂਰ ਹੈਗਾ। ਕਿਤੇ ਕਿਤੇ ਵੀਰ ਰਸ ਦੀ ਵੀ ਅਭਿਵਿਅੰਜਨਾ ਹੁੰਦੀ ਹੈ, ਪਰ ਸੂਫੀਜ਼ਮ ਦੀ ਗੱਲ ਇਹਦੇ ਵਿੱਚ ਵੀ ਨਹੀਂ। ਤੋ ਇਹਦੇ ਵਿੱਚ ਜਿਹੜਾ ਹੈਗਾ ਗੱਲ ਸੂਫੀਜ਼ਮ ਦੀ ਹੁੰਦੀ ਹੈਗੀ ਹੈ ਕਿੱਸਾ ਹੀਰ ਦੇ ਵਿੱਚ, ਵਾਰਿਸ ਸ਼ਾਹ ਦੇ ਦੁਆਰਾ ਸੂਫੀਜ਼ਮ ਦੀ, ਜਿਹਦੇ ਵਿੱਚ ਜਦੋਂ ਕਹਿੰਦਾ ਹੈ ਹੀਰ ਰੂਹ ਤੇ ਚਾਕ ਕਲਬੂਤ ਜਾਣੋ ਵਾਰਿਸ ਸ਼ਾਹ ਇਹ ਪਾਠ ਬਣਾਇਆ ਈ। ਤੋ ਇਹਦੇ ਵਿੱਚ ਜਿਹੜਾ ਹੈਗਾ ਗੱਲ ਉਦੋਂ ਸੂਫੀਜ਼ਮ ਦੀ ਉਹ ਕਰਦਾ ਹੈ ਜਦੋਂ ਉਹ ਕਹਿੰਦਾ ਖਿਲੇ ਤਿੰਨਾਂ ਦੇ ਬਾਗ ਕਲੂਬ ਅੰਦਰ ਕੀਤਾ ਜਿਨ੍ਹਾਂ ਨੇ ਇਸ਼ਕ ਕਬੂਲ ਮੀਆਂ। ਤੋ ਰੱਬ ਨਜ਼ੂਲ ਲੋਲਾਕ ਕੀਤਾ, ਜਦੋਂ ਕਹਿੰਦਾ, ਜਦੋਂ ਲੋਲਾਕ ਦੀ ਗੱਲ ਕਰਦਾ ਉਦੋਂ ਤੇ ਸਾਰੀਆਂ ਕੁਰਾਨ ਦੀਆਂ ਪਰਤਾਂ ਉਧੇੜ ਦਿੰਦਾ ਵਾਰਿਸ ਸ਼ਾਹ, ਕਿਉਂਕਿ ਲੋਲਾਕ ਹੀ ਜਿਹੜਾ ਹੈਗਾ ਉਹ ਬੁਨਿਆਦ ਹੈ ਕੁਰਾਨ ਦੀ। ਉਹਦੇ ਵਿੱਚ ਇੱਕ ਸੂਰਾ ਆਉਂਦਾ ਸੂਰਾ ਏ ਫਾਤਿਹਾ, ਉਹਦੇ ਵਿੱਚ ਹੈ ਲੋਲਾਕ ਲਮਾ ਖਲਕ ਤੁਲ ਅਫਲਾਕ, ਜਿਹਦੇ ਚ ਮੁਹੰਮਦ ਸਾਹਿਬ ਔਰ ਖੁਦਾ ਦੇ ਇਸ਼ਕ ਨੂੰ ਜਿਹੜਾ ਹੈਗਾ ਇੱਕ ਪ੍ਰੇਮੀ ਤੇ ਪ੍ਰੇਮਿਕਾ ਦੇ ਇਸ਼ਕ ਦੇ ਵਜੋਂ ਇੱਕ ਸੂਫੀਇਜ਼ਮ ਦੀ ਇੱਕ ਕਹਿ ਲਓ ਇੱਕ ਕੋਟੀ ਦੇ ਵਜੋਂ ਪ੍ਰਸਤੁਤ ਕੀਤਾ ਗਿਆ ਹੈਗਾ। ਤੋ ਇਸ ਕਰਕੇ ਉਹਦੇ ਚ ਬਹੁਤ ਸਾਰੇ ਇਹੋ ਜਿਹੇ ਦ੍ਰਿਸ਼ਟਾਂਤ ਬਿੰਬ ਉਗੜਦੇ ਹੈਗੇ ਨੇ ਜਿਹੜੇ ਸੂਫੀਜ਼ਮ ਨਾਲ ਸਿੱਧਾ ਹੀ ਜੋੜ ਦਿੰਦੇ ਨੇ ਹੀਰ ਵਾਰਿਸ ਨੂੰ। ਤੋ ਸਾਡਾ ਆਨਸਰ ਜਿਹੜਾ ਹੈਗਾ ਉਹ ਇੱਥੇ ਆੜਾ ਹੈਗਾ, ਕਿੱਸਾ ਹੀਰ ਵਾਰਿਸ ਹੈਗਾ ਜਿਹੜਾ।
ਪੰਜਾਬੀ ਵਿੱਚ ਦੀ ਪ੍ਰਯੋਗਸ਼ੀਲ ਕਾਵ ਪ੍ਰਵਿਰਤੀ ਨਾਲ ਸੰਬੰਧਿਤ ਕਵੀ ਹੈ। ਤਾਂ ਪਹਿਲਾ ਸਾਡੇ ਕੋਲ ਆਪਸ਼ਨ ਹੈਗਾ ਜਸਵੰਤ ਸਿੰਘ ਨੇਕੀ। ਇਹ ਜਿਹੜੇ ਹੈਗੇ ਨੇ ਇਹ ਅਸਤਿਤਵਵਾਦੀ ਨੇ, ਅਸਤਿਤਵਵਾਦੀ ਹੈਗੇ ਨੇ, ਜਾਂ ਫਿਰ ਕਹਿ ਲਓ ਤੁਸੀਂ ਇਹ ਆਧੁਨਿਕ ਰਹੱਸਵਾਦੀ ਹੈ। ਪ੍ਰੋਫੈਸਰ ਮੋਹਨ ਸਿੰਘ ਰੋਮਾਂਸਵਾਦੀ ਨੇ, ਇਹ ਵੀ ਨਹੀਂ ਹੈ, ਯਾਦ ਰੱਖਣੀਆਂ ਭਾਈ ਇਹ ਚੀਜ਼ਾਂ, ਰੋਮਾਂਸਵਾਦੀ ਨੇ। ਉਸ ਤੋਂ ਬਾਅਦ ਦੇ ਵਿੱਚ ਲਾਲ ਸਿੰਘ ਦਿਲ ਜਿਹੜੇ ਹੈਗੇ ਨੇ ਉਹ ਪ੍ਰਗਤੀਵਾਦੀ ਨੇ, ਪ੍ਰਗਤੀਵਾਦੀ, ਜਾਂ ਫਿਰ ਨਕਸਲਵਾਦੀ ਵੀ ਹੈਗੇ ਨੇ ਇਹ, ਇਹਨਾਂ ਦੀ ਪ੍ਰਭਾਵ ਨਕਸਲਵਾਦੀ ਵੀ ਇਹਨਾਂ ਦੀ ਹੈਗੀ ਵਿਚਾਰਧਾਰਾ। ਤੋ ਸਾਡੀ ਸਹੀ ਆਪਸ਼ਨ ਜਿਹੜੀ ਹੈਗੀ ਉਹ ਹੈ ਜਸਬੀਰ ਸਿੰਘ ਆਹਲੂਵਾਲੀਆ। ਡਾਕਟਰ ਜਸਬੀਰ ਸਿੰਘ ਆਹਲੂਵਾਲੀਆ ਜਿਹੜਾ ਹੈਗਾ ਹੈ ਉਹ ਪੰਜਾਬੀ ਦੀ ਪ੍ਰਯੋਗਸ਼ੀਲ ਕਾਵਧਾਰਾ ਦਾ ਜਿਹੜਾ ਮੋਢੀ ਮੰਨਿਆ ਜਾਂਦਾ ਹੈਗਾ। ਤੋ ਇਸਥੋਂ ਹੀ ਇਹਦੇ ਕੋਲੋਂ ਹੀ ਜਿਹੜਾ ਹੈਗਾ ਆਗਾਜ਼ ਹੁੰਦਾ ਹੈ ਪੰਜਾਬੀ ਦੇ ਵਿੱਚ ਪ੍ਰਯੋਗਸ਼ੀਲ ਜਿਹੜੀ ਕਾਵ ਪ੍ਰਵਿਰਤੀ ਚੱਲੀ ਹੈਗੀ ਹੈ। ਕਿਹੜਾ ਨਾਵਲ ਪ੍ਰਵਾਸੀ ਜੀਵਨ ਨਾਲ ਸੰਬੰਧਿਤ ਹੈ? ਤੋ ਇਹਦੇ ਸਾਡੇ ਕੋਲ ਜਿਹੜੇ ਹੈਗੇ ਨੇ ਇਹ 4 ਨਾਵਲ ਨੇ। ਇਹ ਲੋਕ ਹੈ, ਇਹ ਵੀ ਨਹੀਂ ਹੈਗਾ, ਪਰਸਾ ਵੀ ਨਹੀਂ ਹੈ, ਔਰ ਪ੍ਰਤਾਪੀ ਵੀ ਨਹੀਂ ਰਾਮ ਸਰੂਪ ਅਣਖੀ ਦਾ। ਤੋ ਇਹ ਹੈਗਾ ਜਿਹੜਾ ਕੰਜਕਾਂ, ਕੰਜਕਾਂ ਨਾਵਲ ਦਾ ਸੰਬੰਧ ਜਿਹੜਾ ਹੈਗਾ ਉਹ ਪ੍ਰਵਾਸੀ ਜੀਵਨ ਨਾਲ ਜਾਂ ਡਾਇਸਪੋਰਾ ਦੇ ਨਾਲ ਜਿਹੜਾ ਉਹਦਾ ਰਿਸ਼ਤਾ ਹੈਗਾ ਉਹ ਜੁੜਦਾ ਹੈਗਾ। ਸਪਿਰਿਚੁਅਲ ਵੈਰੀਅਰਸ ਐਮੀਨੈਂਟ ਸਿਕਸ ਵੂਮੈਨ ਰਚਨਾ ਹੈ ਮੀਨਾਕਸ਼ੀ ਰੰਜਨ ਦੀ, ਮਹਿੰਦਰ ਕੌਰ ਗਿੱਲ ਦੀ, ਕੁਲਵੰਤ ਕੌਰ ਦੀ ਜਾਂ ਹਰਸ਼ਿੰਦਰ ਕੌਰ ਦੀ। ਤੋ ਇਹ ਜਿਹੜਾ ਹੈਗਾ ਇਹਦਾ ਆਨਸਰ ਜਿਹੜਾ ਹੈਗਾ ਉਹ ਊੜਾ ਹੈ। ਮੀਨਾਕਸ਼ੀ ਰੰਜਨ ਦੀ ਇਹ ਰਚਨਾ ਹੈਗੀ ਹੈ ਜਿਹੜੀ ਸਿੱਖ ਯੋਧਾ ਔਰਤਾਂ ਦੇ ਸੰਦਰਭ ਦੇ ਵਿੱਚ ਜਿਹੜੀ ਲਿਖੀ ਗਈ ਰਚਨਾ ਹੈਗੀ ਹੈ। ਤੋ ਉਹ ਇਹ ਮੀਨਾਕਸ਼ੀ ਰੰਜਨ ਦੀ ਕਿਤਾਬ ਹੈਗੀ ਹੈ। ਵਿਰਚਨਾ ਵਿਧੀ ਨਾਲ ਸੰਬੰਧਿਤ ਲੇਖਕ ਹੈ। ਤੋ ਸਾਡੇ ਕੋਲ ਜਿਹੜਾ ਹੈਗਾ 4 ਨੇ ਇੱਥੇ। ਵਿਰਚਨਾ ਦੇ ਨਾਲ ਜਿਹੜਾ ਸੰਬੰਧ ਹੈਗਾ ਉਹ ਹੈਗਾ ਪਹਿਲਾ ਰੋਲਾਂ ਬਾਰਥ ਵੀ ਨਹੀਂ ਹੈ ਇਸ ਸੰਦਰਭ ਦੇ ਵਿੱਚ, ਵਲਾਦੀਮੀਰ ਪ੍ਰਾਪ ਵੀ ਨਹੀਂ ਹੈਗਾ, ਔਰ ਐਲਨ ਟੇਟ ਵੀ ਨਹੀਂ। ਇਹ ਹੈ ਕਲੌਡ ਲੈਵੀ ਸਟ੍ਰੈਸ। ਇਹਦਾ ਜਿਹੜਾ ਸੰਬੰਧ ਹੈ ਉਹ ਵਿਰਚਨਾ ਜਾਂ ਡੀਕਨਸਟਰਕਸ਼ਨ ਦੇ ਨਾਲ ਸੰਬੰਧ ਇਹਦਾ ਜਿਹੜਾ ਹੈਗਾ ਉਹ ਜੁੜਦਾ ਹੈਗਾ। ਅਨੁਕਰਨ ਸਿਧਾਂਤ ਦਾ ਸੰਸਥਾਪਕ ਹੈ। ਤੋ ਅਨੁਕਰਨ ਕੀ ਹੈ? ਅਨੁਕਰਨ ਮਿਮੇਸਿਸ, ਅੰਗਰੇਜ਼ੀ ਦੇ ਮਿਮੇਸਿਸ ਦਾ ਪਰਿਆਏ ਹੈ ਜਿਹਦਾ ਅਰਥ ਹੁੰਦਾ ਨਕਲ ਕਰਨਾ, ਨਕਲ ਕਰਨਾ, ਨਕਲ, ਕਿਸੇ ਦੀ ਨਕਲ ਮਾਰਨਾ। ਅਨੁਕਰਨ ਦੀ ਪਹਿਲੀ ਵਾਰ ਜਿਹੜਾ ਵਰਣਨ ਕਰਦਾ ਹੈਗਾ ਉਹ ਕਰਦਾ ਹੈਗਾ ਅਰਸਤੂ, ਆਪਣਾ ਪਲੈਟੋ ਰਿਪਬਲਿਕ ਦੇ ਵਿੱਚ। ਉਸ ਸਾਹਿਤ ਨੂੰ ਅਨੁਕਰਨ ਕਹਿੰਦਾ ਹੈ, ਮਿਮੇਸਿਸ ਕਹਿੰਦਾ ਹੈ, ਪਰੰਤੂ ਉਹਦਾ ਅੱਗੇ ਚੇਲਾ ਹੈ ਅਰਸਤੂ। ਅਰਸਤੂ ਕਹਿੰਦਾ ਕਿ ਸਾਹਿਤ ਅਨੁਕਰਨ ਤੇ ਹੈ, ਉਹ ਆਪਣੇ ਗੁਰੂ ਦਾ ਖੰਡਨ ਨਹੀਂ ਕਰਦਾ, ਸਪਸ਼ਟ ਸ਼ਬਦਾਂ ਦੇ ਵਿੱਚ ਖੰਡਨ ਨਹੀਂ ਕਰਦਾ, ਖੰਡਨ ਕਰਦਾ ਜ਼ਰੂਰ ਹੈ ਪਰ ਉਹ ਘੁਮਾ ਫਿਰਾ ਕੇ ਕਰਦਾ ਹੈਗਾ। ਬੜੀ ਹੀ ਔਚਿਤਯਪੂਰਨ ਗੱਲ ਦੇ ਨਾਲ, ਉਚਿਤ ਕਥਨ ਦੇ ਨਾਲ, ਉਚਿਤ ਉਕਤੀ ਦੇ ਨਾਲ ਉਹ ਖੰਡਨ ਕਰਨ ਦਾ ਯਤਨ ਕਰਦਾ ਹੈ। ਤੋ ਉਹ ਕਹਿੰਦਾ ਹੈ ਕਿ ਅਨੁਕਰਨ ਜਿਹੜਾ ਹੈਗਾ, ਸਾਹਿਤ ਅਨੁਕਰਨ ਤਾਂ ਜ਼ਰੂਰ ਹੈ ਪਰ ਅਨੁਕਰਨ ਕਿਸੇ ਦਾ ਤਾਂ ਹੋਊਗਾ ਨਾ। ਜੇ ਕੁਛ ਅਸਲ ਹੈ ਤੇ ਨਕਲ ਉਹਦੀ ਫੇਰ ਹੀ ਹੋਊਗੀ। ਅਰਸਤੂ ਇਹ ਗੱਲ ਸਾਫ਼ ਕਰ ਦਿੰਦਾ ਹੈ। ਜੇਕਰ ਪਰਛਾਵਾਂ ਪੈਂਦਾ ਹੈ, ਜੇ ਕੋਈ ਚੀਜ਼ ਹੈ ਤਾਂ ਉਹਦਾ ਸ਼ੈਡੋ ਪਊਗਾ, ਅਦਰਵਾਈਜ਼ ਪਰਛਾਵਾਂ ਕਿੱਥੋਂ ਆ ਜਾਊਗਾ? ਹਵਾ ਦੇ ਵਿੱਚੋਂ ਤਾਂ ਕੁਛ ਆਉਣ ਹੋ ਰਿਹਾ। ਇਸ ਕਰਕੇ ਉਹਨੇ ਕਿਹਾ ਕਿ ਜੇ ਕੁਛ ਅਸਲ ਹੈ ਤੇ ਉਹਦੀ ਨਕਲ ਹੈ। ਸਿੱਧੇ ਸ਼ਬਦਾਂ ਦੇ ਵਿੱਚ ਉਹ ਸਾਹਿਤ ਨੂੰ ਅਸਲੀਅਤ ਦੇ ਨਾਲ ਜੋੜ ਦਿੰਦਾ ਹੈਗਾ। ਤੋ ਅਨੁਕਰਨ ਨੂੰ ਮੂਲ ਰੂਪ ਦੇ ਵਿੱਚ ਜਿਹੜਾ ਉਹਦੀ ਝਲਕ ਤੇ ਸਾਨੂੰ ਜਿਹੜੀ ਹੈਗੀ ਆ ਉਹ ਰਿਪਬਲਿਕ ਦੇ ਵਿੱਚ ਮਿਲਦੀ ਹੈ, ਪਲੈਟੋ ਦੇ ਵਿੱਚ। ਪਰ ਜਿਹੜਾ ਅੱਗੇ ਜਾ ਕਰਕੇ ਪੱਕੇ ਪੈਰੀ ਹੈਗਾ ਉਹਨੂੰ ਜਿਹੜਾ ਹੈ ਉਹ ਅਰਸਤੂ ਕਰਦਾ ਆਪਣੇ ਪੋਇਟਿਕਸ ਦੇ ਵਿੱਚ। ਪੋਇਟਿਕਸ ਜਾਂ ਕਾਵਿ ਸ਼ਾਸਤਰ ਦੇ ਵਿੱਚ ਇਹ ਭਰਤ ਮੁਨੀ ਦਾ ਸਮਕਾਲੀ ਹੈਗਾ। ਇਹ ਆਪਣੇ ਪੋਇਟਿਕਸ ਦੇ ਵਿੱਚ ਇਸ ਸਿਧਾਂਤ ਦੀ ਅਭਿਵਿਅੰਜਨਾ ਕਰਦਾ ਹੈਗਾ। ਤੋ ਜਿਹੜਾ ਲੋਜਾਇਨਸ ਹੈਗਾ ਇਹਦਾ ਉਦਾਤ ਦਾ ਸੰਕਲਪ ਹੈਗਾ, ਉਦਾਤ ਜਾਂ ਸਬਲਾਈਮ ਦਾ, ਇਹਦੀ ਕਿਤਾਬ ਦਾ ਨਾਮ ਹੈ ਔਨ ਦਾ ਸਬਲਾਈਮ। ਉਸ ਤੋਂ ਬਾਅਦ ਵਿੱਚ ਜਿਹੜਾ ਸੁਕਰਾਤ ਹੈ, ਸੁਕਰਾਤ ਲੋਜਾਇਨਸ ਹੋਰਿਆਂ ਤੋਂ, ਅਰਸਤੂ ਹੋਰਿਆਂ ਤੋਂ ਔਰ ਪਲੈਟੋ ਤੋਂ ਵੀ ਪਹਿਲਾਂ ਹੋਇਆ। ਤੋ ਇਹਦੀ ਕਿਤਾਬ ਦਾ ਨਾਮ ਹੈਗਾ ਜਿਹੜਾ ਆਇਓਨ। ਆਇਓਨ ਦੇ ਵਿੱਚ ਇਹਦੇ ਜਿਹੜੇ ਲੈਕਚਰ ਹੈਗੇ ਨੇ ਉਹ ਇਕੱਠੇ ਕੀਤੇ ਗਏ ਨੇ, ਇੱਕ ਸੰਵਾਦ ਹੈਗਾ। ਤੋ ਪਹਿਲਾ ਸ਼ਹੀਦ ਮੰਨਿਆ ਜਾਂਦਾ ਸੁਕਰਾਤ ਨੂੰ ਯੂਨਾਨ ਦੇ ਵਿੱਚ। ਤੋ ਉਸ ਤੋਂ ਬਾਅਦ ਟੀ.ਐਸ. ਇਲੀਅਟ। ਤੋ ਟੀ.ਐਸ. ਇਲੀਅਟ ਜਿਹੜਾ ਹੈਗਾ ਤੇ ਮਗਰਲਿਆਂ ਲੇਖਕਾਂ ਦੇ ਵਿੱਚ ਆ ਜਾਂਦਾ ਹੈਗਾ। ਇਹਦਾ ਸੰਬੰਧ ਵੀ ਇਹਨਾਂ ਨਾਲ ਨਹੀਂ ਹੈਗਾ, ਇੱਕ ਸਮਾਜ ਸ਼ਾਸਤਰੀ ਹੈਗਾ। ਤੋ ਸਾਡਾ ਜਿਹੜਾ ਆਨਸਰ ਹੈਗਾ ਉਹ ਹੈਗਾ ਅਰਸਤੂ। ਅਰਸਤੂ ਨੇ ਇਹ ਜਿਹੜਾ ਸਿਧਾਂਤ ਸੀਗਾ ਉਹ ਪ੍ਰਸਤੁਤ ਕੀਤਾ ਸੀਗਾ। ਅਸਤਿਤਵਵਾਦ ਨਾਲ ਸੰਬੰਧਿਤ ਹਨ। ਸਾਡੇ ਕੋਲ ਜਿਹੜੇ ਹੈਗੇ ਨੇ ਉਹ ਇੱਥੇ
चार ऑप्शनां हैगियां है। ओल्सन ब्लैकमर ये भी नहीं हैगे। उस तो बाद लोवानचार्स्की, चरनोवस्की ते शकलोवस्की ये रूपवाद गए ने, ये भी नहीं है। फ्रैड एडलर युंग ये मनोविग्यानी ने, ये भी नहीं है, मनोवादी हैगे ने। तो साडा सही आंसर जिहड़ा हैगा वो है हाइडेगर, नीत्शे ते जॉन पॉल सार्तर। इस करके साडा आंसर जिहड़ा हैगा ये आड़ा ऑप्शन नूं असीं ठीक करना हैगा, हाइडेगर, नीत्शे ते जॉन पॉल सार्तर। ये बंदे सारे जिहड़े हैगे ने अस्तित्ववादी ने, ते डैनियल ऑथर एंड डैनियल गॉड की गल करते हैं, ये रब नूं मरिया होया करार करते हैं। हालांकि बंदे ते सारे ही रब तो मुनसिफ जिहड़े मुनकर ने, जिन्ने मुसन्नफ ने सारे दे सारे मुनकर ही ने रब तो। ये किते ना किते इन्हां नूं जिहड़ी हैगी आ वो मार्क्सिज्म दी लो दे विच ही इन्हां ने अपना जिहड़ा अध्ययन कीता, पर इन्हां दी अलग कोटियां अलग अलग ने सारियां दीयां। इस करके जिहड़ा हैगा हाइडेगर ते नीत्शे वर्गे जिहड़े हैगे ने ये अस्तित्ववादी ने। अस्तित्ववाद भौतिकवाद जां मटीरियलिस्टिक दा ही अगला रूप हैगा मन्निया जांदा है। किस्सा शाह बहराम हुसन बानो दा संपादक है। किशन सिंह गुप्ता, अमरजीत सिंह कांग, बिक्रम सिंह घुम्मण ते दीवान सिंह। इहदा सही आंसर हैगा जिहड़ा वो हैगा अमरजीत सिंह कांग। इहने जिहड़ा इहदा किस्सा हैगा वो संपादित कीता हैगा। कई घुम्मण नूं भी मानते हैं, पर अमरजीत सिंह कांग ने कुरुक्षेत्र यूनीवर्सिटी के प्रोफैसर रहे ने, इन्हां ने इस किस्से नूं संपादित किया सर्वप्रथम। गुरु नानक देव जी ने 12 माह की रचना की। राग माझ विच, राग श्री राग विच, जां राग मारू विच, जां तुखारी विच। जिहड़ा राग माझ विच है गुरु अर्जन देव जी का 12 माह मिलता है। गुरु अर्जन देव जी महाराज ने, गुरु अर्जन देव जी ने लिखा राग माझ दे विच, ते गुरु नानक देव जी ने जिहड़ा लिखा हैगा वो राग तुखारी दे विच लिखा है 12 माह। गुरु ग्रंथ साहब महाराज दे विच 2 12 माह मिलते हैं। एक राग माझ दे विच मिलता गुरु अर्जन देव जी द्वारा रचित, ते दूसरा गुरु नानक देव जी महाराज द्वारा रचित जिहड़ा हैगा वो राग तुखारी विच मिलता हैगा। तो साडा आंसर इत्थे जिहड़ा हैगा वो आएगा सस्सा आंसर करेक्ट आएगा। किस काल नूं पंजाबी ਸਾਹਿਤ ਦਾ ਸਕ੍ਰਾਂਤੀ काल आख्या जाता है? ਜਿਹੜਾ ਸਕ੍ਰਾਂਤੀ ਦਾ ਅਰਥ ਹੁੰਦਾ, ਸਕ੍ਰਾਂਤੀ ਦਾ ਅਰਥ ਹੁੰਦਾ ਹੈ ਸੁਨਹਿਰੀ। ਸਕ੍ਰਾਂਤੀ ਮੂਲ ਰੂਪ ਦੇ ਵਿੱਚ ਸਗਰਾਂਦ ਨੂੰ ਕਹਿੰਦੇ ਨੇ ਸੰਸਕ੍ਰਿਤ ਦੇ ਵਿੱਚ। ਵੈਸੇ ਤੇ ਸਗਰਾਂਦ ਨੂੰ ਕਹਿੰਦੇ ਨੇ ਹਫਤੇ ਦਾ ਪਹਿਲਾ ਦਿਨ, ਸੌਰੀ ਮਹੀਨੇ ਦਾ ਪਹਿਲਾ ਦਿਨ। ਤੇ ਸਕ੍ਰਾਂਤੀ ਦਾ ਅਰਥ ਇੱਥੇ ਜਿਹੜਾ ਹੈਗਾ ਇਹ ਹੈ ਸੁਨਹਿਰੀ। ਇੱਥੇ ਸੁਨਹਿਰੀ ਅਸੀਂ ਲੈਣਾ ਹੈਗਾ, ਸਗਰਾਂਦ ਵਾਲਾ ਜਾਂ ਸੁਨਹਿਰੀ। ਸਕ੍ਰਾਂਤੀ ਪਹਿਲਾ ਦਿਨ ਤੇ ਚੰਗਾ ਮੰਨਿਆ ਜਾਂਦਾ ਹੈਗਾ, ਉੱਤਮ ਮੰਨਿਆ ਜਾਂਦਾ ਮਹੀਨੇ ਦਾ। ਸੰਸਕ੍ਰਿਤ ਵਿੱਚ ਸਕ੍ਰਾਂਤੀ ਸਗਰਾਂਦ ਵਾਸਤੇ ਵਰਤਿਆ ਜਾਂਦਾ ਹੈ, ਪਰ ਇੱਥੇ ਜਿਹੜਾ ਹੈਗਾ ਉਹ ਸੁਨਹਿਰੀ ਹੈ। ਵਾਰਿਸ ਕਾਲ ਹੈਗਾ, ਰਣਜੀਤ ਸਿੰਘ ਕਾਲ ਹੈ, अंग्रेजी राज का पहला अध है, जां उत्तर सुतंत्रता काल हैगा। तो इस करके जिहड़ा साडा आंसर आऊगा वो आएगा जी अपना अंग्रेजी राज का पहला अध, क्योंकि बाकी ते जिहड़ा उथल पुथल का समा रहा हैगा। अंग्रेजी राज का पहला अध सुतंत्र जिहड़ा हैगा वो सक्रांति का काल मन्निया जाता हैगा। बेड़ा बंध न सकियो बंधन की बेला पंक्ति का जिहड़ा हैगा लेखक है, यह है बेड़ा बंध न सकियो बंधन की बेला, भर सरवर जब उछलै तबे तरन दहेला, हथ ना लाई कसुंबड़े जल जासी ढोला। तो 4 साडे कोले जिहड़े इत्थे ऑप्शनस हैगे ने, ये शब्द हैगा पहली गल ते ये शब्द है, और इहदे जिहड़े रचेता हैगे ने वो बाबा फरीद सकरगंज मसूद साहब ने, उन्हां दा इह जिहड़ा हैगा इह हैगा वा शब्द है। बाबा फरीद जी दे 112 श्लोक ने, श्लोक बाबा फरीद जी दे ने, और 18 दे विच गुरु साहिबान ने वृत्ति लिखी हैगी है बाबा फरीद साहब दे श्लोकां दे उपर। गुरु साहिबान दे ने बाबा फरीद जी दे 112 मूल श्लोक ने, 18 श्लोकां दे विच गुरु साहिबान ने 5वें पातशाह तक जिहड़ी वृत्ति लिखी है उन्होंने, गुरु साहिबान ने वख-वख गुरु साहिबान ने गुरु इहदे उपर बाबा फरीद जी उपर, और 18 श्लोकां च वृत्ति लिख के कुल 130 श्लोक बन जाते हैं, जिहड़े श्लोक फरीद जी के सरलेख के तहत दर्ज ने गुरु ग्रंथ साहब महाराज दे विच गुरु अर्जन देव जी महाराज वालों उन्हां नूं अंकित किया गया हैगा। और जिहड़े आ शब्द ने, ये 4 शब्द मिलते हैं बाबा फरीद जी द्वारा गुरु ग्रंथ साहब महाराज दे विच। 2 राग सूही विच ने और 2 राग आसा विच ने। 2 राग सूही विच ते 2 राग आसा विच, 4 कुल शब्द ने और 130 श्लोक ने बाबा फरीद, क्योंकि 18 श्लोक भी जिहड़े हैगे ने गुरु साहिबान ने श्लोक फरीद जी के सरलेख के तहत ही इहदे विच अंकित महाराज दे विच कीते हैगे ने।
तो इस प्रकार इन्हां दी सगली बाणी हैगी जिहड़ी ये गुरु ग्रंथ साहिब च मिलदी है। पर जिहड़ियां ये पंक्तियां ने श्लोक दियां नहीं हैगियां, ये शब्द दे विचों लईआं गईआं हैगियां ने। उन्हां दे 4 शब्द हैगे ने और 130 श्लोक हैगे ने। अष्टपदी रूप किस बाणी विच वरत्या जांदा है? संस्कृत दा शब्द है अष्ट। अष्ट दा अर्थ हुंदा 8, 8 पदां वाली, 8 पदां वाली रचना, 8 पदां वाली रचना। तो जिहदे 8 पदे हुंदे ने, तो इहदे साडे कोले जिहड़े हैगे ने 4 ऑप्शनस ने। मैनूं लगदा कि कोई 100 चों 1 ही होऊ जिहनूं नहीं पता होना यह सवाल। बड़ा ही सिंपल जिहा सवाल है। 4 ऑप्शन ने। शब्द हजारे हैगे ने, गुरु अर्जन देव जी द्वारा रचित, इहदे विच भी नहीं। जप साहिब हैगा गुरु नानक साहब द्वारा रचित, इहदे विच भी नहीं। कीर्तन सोहला गुरु नानक साहब द्वारा रचित, इहदे विच भी नहीं। तो यह है सुखमणी। गौड़ी राग दे विच सुखमणी है, गौड़ी सुखमणी। ਇਹਦੇ ਵਿੱਚ ਜਿਹੜੇ ਹੈਗੇ ਨੇ ਅਸ਼ਟਪਦੀਆਂ, 24 ਅਸ਼ਟਪਦੀਆਂ ਜਿਹੜੀਆਂ ਹੈਗੀਆਂ ਨੇ ਗੁਰੂ ਸਾਹਿਬ ਨੇ ਰਚੀਆਂ ਨੇ, ਅਸ਼ਟਪਦੀਆਂ ਰਚੀਆਂ ਹੈਗੀਆਂ ਨੇ। ਔਰ ਹਰੇਕ ਅਸ਼ਟਪਦੀ ਦੇ ਆਰੰਭ ਦੇ ਵਿੱਚ ਇੱਕ ਸ਼ਲੋਕ ਆਉਂਦਾ ਹੈ, ਇੱਕ ਸ਼ਲੋਕ ਆਉਂਦਾ ਹੈ। ਔਰ ਹਰੇਕ ਅਸ਼ਟਪਦੀ ਦੇ, ਜਿਵੇਂ ਪਹਿਲਾਂ ਦੱਸਿਆ 8 ਪਦੇ ਨੇ, ਇਹਦਾ ਨਾਂ ਹੀ ਅਸ਼ਟਪਦੀ ਤਾਂ ਹੈ ਕਿ 8 ਪਦਿਆਂ ਵਾਲੀ ਰਚਨਾ। ਅਸ਼ਟ ਸੰਸਕ੍ਰਿਤ ਦੇ ਵਿੱਚ 8 ਵਾਸਤੇ ਵਰਤਿਆ ਜਾਂਦਾ ਸ਼ਬਦ ਹੁੰਦਾ ਹੈਗਾ। तो 24 अष्टपदियां ते एक श्लोक। हरेक अष्टपदी दे विच जिहड़ा ओहदा तत्सार हैगा, जिहड़ी ओहदी वृत्ति हैगी आ, जिहड़ा ओहदा समझ लो तुसीं भाषा है, वो श्लोक एक्सप्लेन कर दिंदा है अष्टपदी दे विच गुरु साहब ने कहना की चाਹਿਆ अगे। उस दा तत्सार हैगा जिहड़ा मूल रूप दे विच उस श्लोक दे विच एक्सप्लेन कीता गया हुंदा हैगा मूरे। उस तो बाद दे विच फिर उहनूं लैबोरेट कीता जांदा अष्टपदी दे विच, जिहड़ा भी गुरु जिहड़े विषय नूं भी गुरु साहब ने अगे एक्सप्लेन करना हुंदा हैगा। तो ये जिहड़ा हैगा गौड़ी सुखमणी दे विच गुरु साहब ने वरत्या हैगा, यह काव रूप हैगा जिहड़ा। ईड़ी साडा आंसर इत्थे आएगा। ਸਾਹਿਤਕ तत्थ दा संबंध है इतिहास नाल, ਸਾਹਿਤ नाल, ਸਾਹਿਤ ਸਮੀਖਿਆ नाल जां ਸਾਹਿਤ इतिहास नाल। तो इत्थे 4 ऑप्शनां हैगियां ने। तो ਸਾਹਿਤਕ तत्थ हैगा जिहड़ा, तत्थ दा जिहड़ा रिश्ता हैगा इन्हां विचों कहंदा कि किहदे नाल है, ना ते इतिहास नाल भी नहीं, ਸਾਹਿਤ नाल भी सीधा नहीं, ਸਾਹਿਤ ਸਮੀਖਿਆ नाल भी नहीं। ਇਹਦਾ संबंध हैगा ਸਾਹਿਤ ਦੇ ਇਤਿਹਾਸ नाल। ਸਾਹਿਤ ਦੇ ਇਤਿਹਾਸ ਵਿੱਚ ਸਾਹਿਤਕ ਤੱਥਾਂ ਦੀ ਤੇ ਜਿਹੜੀ ਪ੍ਰੋੜਤਾ ਕੀਤੀ ਜਾਂਦੀ ਹੈਗੀ ਆ। तो इस करके ਜਿਹੜਾ ਸਾਹਿਤਕ ਤੱਥ ਦਾ संबंध ਹੁੰਦਾ ਉਹ ਸਾਹਿਤ ਦੇ ਇਤਿਹਾਸ ਨਾਲ ਹੁੰਦਾ ਹੈ। ਇਹਨਾਂ ਪੰਜਾਬੀ ਲੇਖਕਾਂ ਵਿੱਚੋਂ ਸਰਸਵਤੀ ਪੁਰਸਕਾਰ ਕਿਸ ਨੂੰ ਮਿਲਿਆ? तो ਇਹ ਇੱਕ ਵਾਰ ਪਹਿਲਾਂ ਵੀ ਕੁਐਸਚਨ ਆ ਚੁੱਕਿਆ ਹੈ, ਮੈਂ ਦੱਸ ਚੁੱਕਿਆ ਹੈਗਾ ਇੱਥੇ ਵੀ। तो ਇਹਦੇ ਵਿੱਚ ਜਿਹੜਾ ਹੈਗਾ ਸਰਸਵਤੀ ਪੁਰਸਕਾਰ ਜਿਹੜਾ ਇਹਨਾਂ ਵਿੱਚੋਂ ਹੈ ਉਹ ਡਾਕਟਰ ਹਰਭਜਨ ਸਿੰਘ ਹੋਰਾਂ ਨੂੰ ਮਿਲਿਆ ਹੈਗਾ। ਦਿੱਲੀ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਦੇ ਪ੍ਰੋਫੈਸਰ ਨੇ। ਮੂਲ ਰੂਪ ਦੇ ਵਿੱਚ ਪੰਜਾਬੀ ਦੇ ਬਹੁਤ ਵੱਡੇ ਸਮੀਖਿਆਕਾਰ ਨੇ। ਬੜਾ ਵੱਡਾ ਨਾਂ ਇਹਨਾਂ ਦਾ ਸੰਰਚਨਾਵਾਦੀ ਸਮੀਖਿਆ ਦੇ ਖੇਤਰ ਦੇ ਵਿੱਚ ਜਾਂ ਸੋਝਵਾਦੀ ਸਮੀਖਿਆ ਦੇ ਖੇਤਰ ਦੇ ਵਿੱਚ ਬਹੁਤ ਵੱਡੇ ਪੋਇਟ ਵੀ ਨੇ। तो बड़े ਵੱਡੇ अनुवादक भी ने, बहुत ਵੱਡਾ ਨਾਂ ਇਹਨਾਂ ਦਾ। तो इस ਇਹ ਜਿਹੜਾ ਹੈਗਾ ਇਹਨਾਂ ਨੂੰ ਮਿਲਿਆ ਸੀਗਾ ਇਹ ਜਿਹੜਾ ਸਰਸਵਤੀ ਸਨਮਾਨ ਸੀਗਾ। ਕਿਸੇ ਰਚਨਾ ਵਿੱਚ ਮੰਗਲਾਚਰਨ ਦੀਆਂ ਪੰਕਤੀਆਂ ਕਿੱਥੇ ਆਉਂਦੀਆਂ ਨੇ? ਮੰਗਲਾਚਰਨ ਦਾ ਅਰਥ ਹੁੰਦਾ ਹੈਗਾ ਜਦੋਂ ਤੁਸੀਂ ਭਾਰਤੀ ਵਿਦਾਂਤ ਜਾਂ ਭਾਰਤੀ ਦਰਸ਼ਨ ਦੇ ਅੰਤਰਗਤ ਰਚਨਾ ਨੂੰ, ਕਿਸੇ ਚੀਜ਼ ਨੂੰ, ਭਾਰਤੀ ਨਹੀਂ, ਜਦੋਂ ਤੁਸੀਂ ਸੈਮਟਿਕ ਨੂੰ ਵੀ ਪੜ੍ਹਦੇ ਹੋ ਤਾਂ ਉਹਦੇ ਵਿੱਚ ਵੀ ਹਮਦ ਹੁੰਦੀ ਹੈਗੀ ਆ। ਮੁੱਢ ਦੇ ਵਿੱਚ ਹਮਦ ਜਾਂ ਮੰਗਲਾਚਰਨ ਆਰੰਭ ਦੇ ਵਿੱਚ ਲਿਖਿਆ ਜਾਣ ਵਾਲਾ ਇੱਕ ਕਾਵ ਹੁੰਦਾ ਹੈਗਾ। ਜਿਵੇਂ ਤੁਸੀਂ ਪੜ੍ਹਦੇ ਹੋ ਕਿ ਅਵਲ ਹਮਦ ਖੁਦਾ ਦਾ ਵਿਰਦ ਕੀਚੇ, ਇਸ਼ਕ ਕੀਤਾ ਸੋ ਜਗ ਦਾ ਮੂਲ ਮੀਆਂ, ਪਹਿਲਾ ਆਪ ਹੈ ਰੱਬ ਨੇ ਇਸ਼ਕ ਕੀਤਾ, ਮਸ਼ੂਕ ਹੈ ਨਬੀ ਰਸੂਲ ਮੀਆਂ। ਇਹ ਮੰਗਲਾਚਰਨ ਹੈ ਉਹਦਾ। तो मंगलाचरण का जिहड़ा हैगा आरंभ है, जिवें तुसीं चंडी दी वार पढ़दे हो, उहदे च प्रथम भगवती सिमर कै गुरु नानक लई ध्याए, फिर अंगद गुर ते अमरदास रामदासा होई सहाय। ये उहदा मंगलाचरण है। तो मंगलाचरण का जिहड़ा संबंध हुंदा हैगा वो परमात्मा की उस्तति कीती जांदी है। उहदे विच मंगल रूपी परमात्मा का जिहड़ा हैगा उहदे विच उहदा आवाहन कीता जांदा है लेखक वल्लों। तो फिर वो अपनी रचना नूं शुरू करता हैगा। जो कुरान भी तुसीं पढ़दे हो ना, कुरान का अध्ययन करते हो, तो उहदे विच है औज़ बिल्लाहि मिन शैतानिर रजीम बिस्मिल्लाहिर रहमानिर रहीम अल्हम्दुलिल्लाह रब्बिल आलमीन इहदिनल सिरातल मुस्तकीम। तो एक उहदा भी कुरान का भी एक फातिहा है, एक मंगलाचरण है। हरेक सूरा तो पहला तुसीं गुरु ग्रंथ साहब महाराज दे विच भी जदों तुसीं पढ़ोगे ना, एक ओंकार सतनाम करता पुरख निर्भव निर्वैर मूल मंत्र है, वो उहदा मंगलाचरण है। तो यही संबंध हैगा जिहड़ा ये किसी रचना के आरंभ दे विच वरतीआं जाण वालीआं पंक्तियां हुंदिआं ने। जदों कोई रचना तुसीं आरंभ करदे हो, उहनूं तुसीं परमात्मा दा नाम लैके जिहड़ा उहनूं शुरू करदे हो। जदों तुसीं
ਹਰੇ ਆਪਣੇ ਮੱਧਕਾਲੀ ਇਤਿਹਾਸ ਦੇ ਸੋਮੇ ਪੜ੍ਹੋਗੇ ਨਾ ਜਦੋਂ ਤੁਸੀਂ, ਮੁੰਤਖਬੁਲ ਲਬਾਬ ਹੈ, ਫਿਰ ਉਸ ਤੋਂ ਮਾਸਰੇ ਆਲਮਗੀਰੀ ਹੈ, ਖੁਲਾਸਤ ਤਵਾਰੀਖ ਹੈ, ਅਸਰਾਰ ਸਮਦੀ ਹੈ, ਜਫਰਨਾਮਾ ਰਣਜੀਤ ਸਿੰਘ ਹੈ, ਗੁਲਸ਼ਨ ਪੰਜਾਬ ਹੈ, ਉਹਦੇ ਵਿੱਚ ਜਿਹੜਾ ਮੁੱਢ ਦੇ ਵਿੱਚ ਫਿਰ ਕੀ ਹੈ, ਸ਼ੁਰੂ ਕਰਦਾ ਹਾਂ ਦਿਆਲੂ ਤੇ ਕਿਰਪਾਲੂ ਪਰਮਾਤਮਾ ਦੇ ਨਾਂ ਤੋਂ, ਜਿਹੜਾ ਅਤਿਅੰਤ ਦਿਆਲੂ ਹੈ, ਦਾਤਾਂ ਦੇਣ ਵਾਲਾ, ਬਖਸ਼ਣਹਾਰ, ਬਖਸ਼ੰਦ ਹੈ, ਉਹਦਾ ਮੰਗਲਾਚਰਨ ਹੈ। ਤਾਂ ਇਸ ਪ੍ਰਕਾਰ ਇਹ ਮੰਗਲਾਚਰਨ ਨੂੰ ਆਰੰਭ ਦੇ ਵਿੱਚ ਜਿਹੜਾ ਹੁੰਦਾ ਹੈਗਾ ਉਹ ਲਿਖਿਆ ਜਾਂਦਾ ਹੈ। ਕਿਹੜੀ ਰਚਨਾ ਨਾਵਲ ਹੈ ਇਹਨਾਂ ਵਿੱਚੋਂ? ਚੋਲਾ ਟਾਕੀਆਂ ਵਾਲਾ, ਨਾ ਮਾਰੋ ਕਿਸ ਪਹਿ ਖੋਲੋ ਗਠੜੀ। ਇਹਦੇ ਵਿੱਚ ਜਿਹੜਾ ਹੈਗਾ ਚੋਲਾ ਟਾਕੀਆਂ ਵਾਲਾ, ਇਹ ਸਵੈ ਜੀਵਨੀ ਹੈ ਡਾਕਟਰ ਹਰਭਜਨ ਸਿੰਘ ਦੀ, ਸਵੈ ਜੀਵਨੀ ਹੈ। ਨਾ ਮਾਰੋ ਇਹ ਕਹਾਣੀ ਹੈ, ਸੰਗ੍ਰਹਿ ਹੈ। ਕਿਸ ਪੈ ਖੋਲੋ ਗਠੜੀ ਇਹ ਵੀ ਸਵੈ ਜੀਵਨੀ ਹੈ, ਸਵੈ ਜੀਵਨੀ ਹੈ। ਇਹ ਹੈਗੀ ਕਰਤਾਰ ਸਿੰਘ ਦੁੱਗਲ ਦੀ, ਉੱਪਰਲੀ ਹੈਗੀ ਹੈ ਡਾਕਟਰ ਹਰਭਜਨ ਸਿੰਘ ਦੀ, ਹਰਭਜਨ ਸਿੰਘ ਦੀ। ਤੋਂ ਇਹ ਹੈਗਾ ਜਿਹੜਾ ਬਿਮਾਰ ਸੜਕ, ਇਹ ਜਿਹੜਾ ਹੈਗਾ ਉਹ ਨਾਵਲ ਹੈ, ਬਿਮਾਰ ਸੜਕ ਮਿੱਤਰ ਸੈਨ ਮੀਤ ਦਾ ਨਾਵਲ ਹੈ। ਇਹਨੂੰ ਅਸੀਂ ਇਹਦੇ ਵਿੱਚ ਲੈਣਾ ਹੈ। ਇਕਾਂਗੀ ਨਾਟਕ ਵਿੱਚ ਕਿੰਨੇ ਅੰਕ ਹੁੰਦੇ ਨੇ? ਤੋ ਮੂਲ ਰੂਪ ਦੇ ਵਿੱਚ ਜਦੋਂ ਤੁਸੀਂ ਇਕਾਂਗੀ ਨੂੰ ਪੜ੍ਹਿਆ ਤੇ ਇਹਨੂੰ ਤੋੜ ਕੇ ਪੜ੍ਹ ਲਓ, ਜਿਹਦਾ ਅਰਥ ਹੈ ਇੱਕ ਅੰਗੀ, ਇਹਦਾ ਅਰਥ ਹੀ ਇੱਕ ਅੰਗੀ ਹੈ। ਇਹ ਸੰਧੀ ਹੋਈ ਹੈ ਦੋਵਾਂ ਦੇ ਵਿਚਕਾਰ ਇੱਥੇ, ਇਹਦਾ ਅਰਥ ਹੈ ਇਕਾਂਗੀ, ਇੱਕ ਅੰਗੀ, ਜਿਹਦਾ ਇੱਕ ਅੰਗ ਹੈ। ਤੇ ਫਿਰ ਕਲੀਅਰ ਹੀ ਹੈ ਵੀ ਉਹਦੇ ਵਿੱਚ ਜਦੋਂ ਉਹਨੇ ਪੁੱਛਿਆ ਕਿ ਅੰਕ ਕਿੰਨੇ ਹੁੰਦੇ ਨੇ, ਮੁੱਢ ਦੇ ਵਿੱਚ ਹੀ ਇਕਾਂਗੀ ਲਿਖਿਆ ਤੇ ਇਟ ਮੀਨਸ ਕਿ ਇਹਦਾ ਅੰਕ ਇੱਕ ਹੀ ਹੁੰਦਾ ਹੈਗਾ। ਇਹਨੂੰ ਤੋੜ ਕੇ ਪੜ੍ਹ ਲਈਦਾ ਹੈ ਤਾਂ ਇੱਕ ਅੰਕ ਵਾਲਾ ਜਿਹੜਾ ਹੁੰਦਾ ਹੈ ਉਹ ਇਕਾਂਗੀ ਹੁੰਦਾ ਹੈ। ਨਾਟਕ ਜਿਹੜਾ ਹੈਗਾ ਹੈ ਉਹਦੇ ਚ ਅੰਕ ਇੱਕ ਤੋਂ ਜ਼ਿਆਦਾ ਹੋ ਸਕਦੇ ਨੇ, ਉਹਦੇ ਵਿੱਚ ਜ਼ਿਆਦਾ ਜਿਹੜੇ ਆਪਣੇ ਅੰਕਾਂ ਦੀ ਅਭਿਵਿਅੰਜਨਾ ਕੀਤੀ ਜਾਂਦੀ, ਪਰ ਨਾਟਕ ਇਹਦੇ ਵਿੱਚ ਇਕਾਂਗੀ ਵਿੱਚ ਇੱਕ ਹੀ ਅੰਕ ਦੇ ਵਿੱਚ ਸੰਪੂਰਨ ਵਿਖਿਆਤ ਜਿਹੜਾ ਹੈਗਾ ਉਸ ਚੀਜ਼ ਨੂੰ ਪੇਸ਼ ਕਰ ਦਿੱਤਾ ਜਾਂਦਾ ਹੈਗਾ। ਪੰਜਾਬੀ ਦਾ ਪਹਿਲਾ ਨਾਵਲ ਹੈ, ਤੋ ਇੱਥੇ ਸਾਡੇ ਕੋਲ ਜਿਹੜਾ ਹੈਗਾ ਹੈ ਉਹ ਹੈ ਮੁਰਾਦ। ਜਿਹੜਾ ਨਾਵਲ ਹੈਗਾ ਇਹ ਨਾਵਲ ਪਹਿਲਾ ਪੰਜਾਬੀ ਦਾ ਨਹੀਂ, ਪਰ ਮੁੱਢਲੇ ਨਾਵਲਾਂ ਦੇ ਵਿੱਚੋਂ ਇੱਕ ਹੈ। ਇਹ ਡਾਕਟਰ ਈਸ਼ਵਰ ਚੰਦਰ IC ਨੰਦਾ ਦਾ ਨਾਵਲ ਹੈ, ਇਹ IC ਨੰਦਾ ਦਾ ਮੁਰਾਦ। ਇਹ ਮੁੱਢਲੇ ਨਾਟਕਾਂ ਦੇ ਵਿੱਚੋਂ ਇੱਕ, ਪਰ ਪੰਜਾਬੀ ਦਾ ਪਹਿਲਾ ਨਹੀਂ। ਉਸ ਤੋਂ ਬਾਅਦ ਦੇ ਵਿੱਚ ਆ ਜਾਂਦਾ ਹੈ ਮਸੀਹੀ ਮੁਸਾਫਰ ਦੀ ਯਾਤਰਾ ਤੇ ਜੋਤਿਰਉਦੈ। ਇਹ ਨਾਵਲ ਜਿਹੜੇ ਹੈਗੇ ਨੇ ਦੋਨੇ ਹੀ, ਇਹਨਾਂ ਦੇ ਲੇਖਕਾਂ ਦਾ ਪਤਾ ਕੋਈ ਨਹੀਂ, ਇਹ ਕੌਣ ਹੈ? ਲੁਧਿਆਣਾ ਮਿਸ਼ਨ ਪ੍ਰੈਸ ਨੇ 1837 ਦੀ ਜਿਹੜੀ ਇਹ ਖਰੜੇ ਨੂੰ ਛਾਪਿਆ ਹੈਗਾ 37 ਦੇ ਵਿੱਚ। ਔਰ ਇਹ ਪਹਿਲਾ ਜਿਹੜਾ ਨਾਵਲ ਹੈ ਉਹ ਮਸੀਹੀ ਮੁਸਾਫਰ ਦੀ ਯਾਤਰਾ ਤੇ ਦੂਜਾ ਜਿਹੜਾ ਜੋਤਿਰਉਦੈ ਹੈਗਾ। ਪ੍ਰਥਮ ਇਹ ਹੈ ਤੇ ਸੈਕੰਡ ਇਹ ਹੈਗਾ ਵਾ। ਜੇ ਕਈ ਵਾਰ ਜੇਕਰ ਪਹਿਲਾ ਇਕੱਲਾ ਜੋਤਿਰਉਦੈ ਆ ਜਾਂਦਾ ਫਿਰ ਜੋਤਿਰਉਦੈ ਨੂੰ ਹੀ ਤੁਸੀਂ ਦੱਸਣਾ ਹੈਗਾ। ਔਰ ਸੁੰਦਰੀ ਜਿਹੜਾ ਹੈਗਾ ਇਹ ਭਾਈ ਵੀਰ ਸਿੰਘ ਦਾ ਹੈ, ਇਹ ਭਾਈ ਵੀਰ ਸਿੰਘ ਦਾ ਹੈ। ਇਹਦੇ ਵਿੱਚ ਜਿਹੜਾ ਹੈਗਾ ਅੰਗਰੇਜ਼ੀ ਸਾਮਰਾਜ ਦਾ ਜਿਹੜਾ ਹੈਗਾ ਪ੍ਰਤੀਕਾਤਮਕ ਵਿਰੋਧ ਕੀਤਾ ਹੈਗਾ। ਇਹਦੀ ਸਟੋਰੀ ਜਿਹੜੀ ਹੈਗੀ ਉਹ ਪੰਥ ਪ੍ਰਕਾਸ਼, ਪ੍ਰਾਚੀਨ ਪੰਥ ਪ੍ਰਕਾਸ਼ ਦੇ ਉੱਪਰ ਆਧਾਰਿਤ ਲਿਖੀ ਗਈ ਹੈ। ਤੋ ਇਸ ਕਰਕੇ ਜਿਹੜਾ ਸਾਡਾ ਕਰੈਕਟ ਆਨਸਰ ਹੈ ਉਹ ਹੈਗਾ ਇਹਦੇ ਵਿੱਚੋਂ ਮਸੀਹੀ ਮੁਸਾਫਰ ਦੀ ਯਾਤਰਾ। ਇਹ ਪ੍ਰਥਮ ਹੈਗਾ, ਸੈਕੰਡ ਜੋਤਿਰਉਦੈ ਹੈਗਾ। ਇਹਨਾਂ ਦੋਵਾਂ ਨੂੰ ਮੰਨਿਆ ਜਾਂਦਾ ਹੈਗਾ। ਬਿਰਤਾਂਤ ਕਾਵਿ ਵਿੱਚ ਕਿਸ ਉੱਤੇ ਜਿਹੜਾ ਹੈਗਾ ਵਧੇਰੇ ਬਲ ਜਿਹੜਾ ਹੈਗਾ ਉਹ ਦਿੱਤਾ ਜਾਂਦਾ ਹੈ? ਤਾਂ ਬਿਰਤਾਂਤ ਕਾਵਿ ਦੇ ਵਿੱਚ ਜਿਹੜੀ ਬਿਰਤਾਂਤਕ ਰਚਨਾ ਹੁੰਦੀ ਹੈਗੀ ਆ ਉਹਦੇ ਤੇ ਜ਼ਿਆਦਾ ਬਲ ਜਿਹੜਾ ਹੁੰਦਾ ਉਹ ਵਰਣਨ ਤੇ ਦਿੱਤਾ ਜਾਂਦਾ, ਐਕਸਪਲੇਨ ਕੀਤਾ ਜਾਂਦਾ, ਵਰਣਨ ਕੀਤਾ ਜਾਂਦਾ। ਕਿਉਂਕਿ ਬਿਰਤਾਂਤ ਦਾ ਅਰਥ ਹੁੰਦਾ ਜਿਹੜਾ ਕਥਾ ਤੋਂ ਕਥਾਨਕ ਦਾ ਸਫ਼ਰ ਜਿਹੜਾ ਹੁੰਦਾ ਉਹਦੇ ਵਿੱਚ ਉਹ ਸਾਰੇ ਦਾ ਵਰਣਨ ਨੂੰ ਹੀ ਬਿਰਤਾਂਤ ਆਖਿਆ ਜਾਂਦਾ ਹੈ। ਤੇ ਉਹਦਾ ਜਿਹੜੀ ਜ਼ਿਆਦਾ ਉਹਦੇ ਤੇ ਜਿਹੜਾ ਸਟ੍ਰੈਸ ਹੁੰਦਾ ਉਹ ਵਰਣਨ ਦੇ ਉੱਪਰ ਹੁੰਦਾ ਹੈਗਾ। ਆਚਾਰੀਆ ਦੰਡੀ ਦਾ ਸੰਬੰਧ ਹੈ। ਤੋ ਆਚਾਰੀਆ ਦੰਡੀ ਜਿਹੜੇ ਹੈਗੇ ਨੇ ਕਾਵਿ ਸ਼ਾਸਤਰ ਦੇ ਵਿੱਚ, ਇਹਨਾਂ ਦੀ ਕਿਤਾਬ ਦਾ ਨਾਮ ਹੈ ਕਾਵਿਆ ਦਰਸ਼। ਇਹਨਾਂ ਦੀ ਕਿਤਾਬ ਹੈ, ਇਹਨਾਂ ਦਾ ਗ੍ਰੰਥ ਹੈ ਸੰਸਕ੍ਰਿਤ ਦੇ ਵਿੱਚ। ਤੋ ਸਾਡੇ ਕੋਲ 4 ਇੱਥੇ ਆਪਸ਼ਨ ਨੇ। ਪਹਿਲਾ ਵਕਰੋਕਤੀ, ਵਕਰੋਕਤੀ ਨਾਲ ਦੰਡੀ ਦਾ ਸੰਬੰਧ ਨਹੀਂ। ਵਕਰੋਕਤੀ ਨਾਲ ਸੰਬੰਧਕ ਜਿਹੜਾ ਹੈਗਾ ਕੁੰਤਕ ਦਾ ਹੈ। ਕੁੰਤਕ ਦਾ ਇਹਦੀ ਕਿਤਾਬ ਦਾ ਨਾਮ ਹੈ ਵਕਰੋਕਤੀ ਜੀਵਿਤਮ। ਇਹਦੇ 3 ਉਨਮੇਸ਼ ਨੇ ਕਿਤਾਬ ਦੇ, 3 ਉਨਮੇਸ਼ ਕਹਿੰਦੇ ਨੇ ਭਾਗਾਂ ਨੂੰ, 3 ਭਾਗ ਹੀ ਨੇ। ਇੱਕ ਅਧੂਰੀ ਜੀ ਕਿਤਾਬ ਹੈਗੀ ਹੈ ਇਹ ਸੰਸਕ੍ਰਿਤ ਚ ਕਿਤਾਬ ਮਿਲ ਜਾਂਦੀ ਹੈ, ਅਧੂਰੀ ਜੀ ਕਿਤਾਬ ਆ, ਪੂਰੀ ਨਹੀਂ ਹੈ। 3 ਉਨਮੇਸ਼ ਹੀ ਮਿਲਦੇ ਨੇ ਕਿਤਾਬ ਦੇ ਪੂਰੇ, 3 ਭਾਗ ਹੀ ਨੇ, 3 ਪਾਠ ਕਹਿ ਲਓ ਜਾਂ ਤੁਸੀਂ। ਤੋ ਛੋਟੀ ਜਿਹੀ ਏਡੀ ਕਿਤਾਬ ਹੈਗੀ ਹੈ ਇਹ ਜਿਹੜੀ ਹੈਗੀ ਹੈ ਵਕਰੋਕਤੀ ਜੀਵਿਤਮ। ਤੋ ਉਦੋਂ ਬਾਅਦ ਦੇ ਵਿੱਚ ਆ ਜਾਂਦਾ ਰਸ ਸਿਧਾਂਤ। ਰਸ ਸਿਧਾਂਤ ਦਾ ਸੰਬੰਧ ਭਰਤ ਨਾਲ ਹੈ, ਭਰਤ ਮੁਨੀ ਨਾਲ ਹੈ।
ਤੇ ਨਾਟਯ ਸ਼ਾਸਤਰ ਦੇ ਵਿੱਚ ਜਿਹੜੀ ਹੈਗੀ ਹੈ ਇਹਨੂੰ ਐਕਸਪਲੇਨ ਕੀਤਾ ਗਿਆ ਨਾਟਯ ਸ਼ਾਸਤਰ ਦੇ ਵਿੱਚ। ਉਸ ਤੋਂ ਬਾਅਦ ਆ ਗਿਆ ਧੁਨੀ ਸਿਧਾਂਤ। ਧੁਨੀ ਸਿਧਾਂਤ ਦਾ ਸੰਬੰਧ ਜਿਹੜਾ ਹੈਗਾ ਉਹ ਆਨੰਦਵਰਧਨ ਨਾਲ ਹੈ। ਆਨੰਦਵਰਧਨ ਇਹਨੂੰ ਸ਼ਬਦ ਸ਼ਕਤੀ ਕਾਵਿ ਵਿਚਲੀਆਂ ਸ਼ਬਦ ਸ਼ਕਤੀਆਂ ਵੀ ਕਹਿੰਦੇ ਨੇ ਸ਼ਾਸਤਰਕਾਰ। ਤੋ ਇਹਨਾਂ ਦੀ ਕਿਤਾਬ ਹੈਗੀ ਜਿਹੜੀ ਉਹ ਹੈ ਧਵਨੀਆਂ ਲੋਕ। ਧਵਨੀਆਂ ਲੋਕ। ਤੋ ਦੰਡੀ ਦਾ ਜਿਹਦਾ ਨਾਲ ਸੰਬੰਧ ਆ ਉਹ ਹੈ ਅਲੰਕਾਰ ਦੇ ਨਾਲ। ਅਲੰਕਾਰ ਸਿਧਾਂਤ ਦੇ ਨਾਲ ਦੰਡੀ ਦਾ ਰਿਸ਼ਤਾ ਹੈ। ਤੋ ਆੜਾ ਆਪਸ਼ਨ ਸਾਡੇ ਕੋਲ ਇੱਥੇ ਆਏਗਾ। ਅਲੰਕਾਰ ਦੇ ਨਾਲ ਸੰਬੰਧ ਵਾਮਨ ਦਾ ਵੀ ਹੈਗਾ, ਮੂਲ ਰੂਪ ਦੇ ਵਿੱਚ ਰੁਦਰਟ ਦਾ ਵੀ ਹੈ, ਰੁਯਕ ਦਾ ਵੀ ਹੈ, ਪਰ ਦੰਡੀ ਸੰਸਥਾਪਕਾਂ ਦੇ ਵਿੱਚੋਂ ਮੰਨਿਆ ਜਾਂਦਾ। ਵਾਮਨ ਦਾ ਸੰਬੰਧ ਵੀ ਇਹਦੇ ਨਾਲ ਹੈ ਅਲੰਕਾਰ ਦੇ ਨਾਲ। ਉਹਦੀ ਕਿਤਾਬ ਹੈ ਅਲੰਕਾਰ ਸੂਤਰ ਬ੍ਰਿਤੀ। ਉਹਦੇ ਵਿੱਚ ਉਹਨੇ ਅਲੰਕਾਰ ਨੂੰ ਬੜਾ ਸੋਹਣੇ ਢੰਗ ਨਾਲ ਐਕਸਪਲੇਨ ਕੀਤਾ ਹੈ। ਰੁਦਰਟ ਨੇ ਅਲੰਕਾਰ ਸਰਸਵ ਦੇ ਵਿੱਚ ਜਿਹੜਾ ਅਲੰਕਾਰਾਂ ਦੀ ਜਿਹੜੀ ਵਿਵੰਜਨਾ ਕੀਤੀ ਹੈ। ਤੋ ਕਾਵਿ ਦਰਸ਼ ਦੇ ਵਿੱਚ ਜਿਹੜਾ ਹੈਗਾ ਉਹ ਦੰਡੀ ਇਸ ਚੀਜ਼ ਨੂੰ ਐਕਸਪਲੇਨ ਕਰਦਾ ਹੈਗਾ। ਪੱਛਮੀ ਕਾਵਿ ਸ਼ਾਸਤਰ ਪੁਸਤਕ ਦਾ ਲੇਖਕ ਹੈ। ਤੋ ਮੂਲ ਰੂਪ ਦੇ ਵਿੱਚ ਪੱਛਮ ਦਾ ਜਿਹੜਾ ਪੋਇਟਿਕਸ ਹੈਗਾ ਹੈ, ਇਹ ਕਿਤਾਬ ਹੈ ਡਾਕਟਰ ਗੁਰਚਰਨ ਸਿੰਘ ਅਰਸ਼ੀ ਦੀ। ਇਹ ਕਿਤਾਬ ਉਹਨਾਂ ਦੁਆਰਾ ਲਿਖੀ ਗਈ ਹੈ। ਪਹਿਲਾਂ ਪੰਜਾਬੀ ਯੂਨੀਵਰਸਿਟੀ ਦੇ ਹੈੱਡ ਰਹੇ ਨੇ, ਫਿਰ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਹੈੱਡ ਰਹੇ ਨੇ ਇਹ ਡਾਕਟਰ ਗੁਰਚਰਨ ਸਿੰਘ ਅਰਸ਼ੀ। ਇਹਨਾਂ ਦੀ ਕਿਤਾਬ ਹੈ ਪੱਛਮੀ ਕਾਵਿ ਸ਼ਾਸਤਰ। ਲੇਖ ਤੇ ਡਾਕਟਰ ਰੋਸ਼ਨ ਲਾਲ ਆਹੂਜਾ ਦੇ ਵੀ ਮਿਲਦੇ ਨੇ ਪੱਛਮੀ ਕਾਵਿ ਸ਼ਾਸਤਰ ਦੇ, ਪਰ ਇਹਨਾਂ ਦੀ ਮੂਲ ਰੂਪ ਦੇ ਵਿੱਚ ਕਿਤਾਬ ਜਿਹੜੀ ਹੈਗੀ ਆ, ਪ੍ਰੋਪਰ ਕਿਤਾਬ ਹੈ, ਉਹ ਡਾਕਟਰ ਗੁਰਚਰਨ ਸਿੰਘ ਅਰਸ਼ੀ ਨੇ ਲਿਖੀ ਹੈਗੀ ਹੈ। ਵਰਣਮਾਲਾ ਦੇ ਆਧਾਰ ਤੇ ਕਿਹੜਾ ਕਾਵਿ ਰੂਪ ਜਿਹੜਾ ਹੈਗਾ ਉਹ ਰਚਿਆ ਜਾਂਦਾ ਹੈ? ਸ਼ਲੋਕ ਧਾਰਮਿਕ ਹੁੰਦਾ ਹੈਗਾ, ਇਹ ਨਹੀਂ। 12 ਮਾਹ ਦਾ ਸੰਬੰਧ ਖਟ ਰਿਤੂ ਨਾਲ ਹੈ, ਇਹ ਵੀ ਨਹੀਂ। ਕਾਫੀ ਜਿਹੜਾ ਹੈਗਾ ਨਿਰੋਲ ਰਾਗਣੀ ਹੁੰਦੀ ਹੈਗੀ ਹੈ, ਔਰ ਅਰੂਜ ਦੇ ਅਕੋਰਡਿੰਗ ਇੱਕ ਰਾਗਣੀ ਨੂੰ ਕਾਫੀ ਆਖਿਆ ਜਾਂਦਾ ਹੈ, ਇਹ ਵੀ ਨਹੀਂ। ਤੋ ਸ਼ੀ ਹਰਫੀ ਹੈ। ਸ਼ੀ ਹਰਫੀ ਅਰਬੀ ਫਾਰਸੀ ਦੇ ਵਿੱਚ ਸ਼ੀ ਕਹਿੰਦੇ ਨੇ 30 ਨੂੰ। 30 ਹਰਫਾਂ ਵਾਲਾ ਬੰਦ, ਹਰਫ ਹੁੰਦੇ ਨੇ ਅੱਖਰ, 30 ਅੱਖਰਾਂ ਵਾਲਾ ਬੰਦ ਜਿਹੜਾ ਹੁੰਦਾ ਉਹ ਸ਼ੀ ਹਰਫੀ ਹੁੰਦਾ ਹੈਗਾ। ਤੋ ਸ਼ੀ ਹਰਫੀ ਜਿਹੜੀ ਹੈਗੀ ਆ ਇਹ ਵਰਣਮਾਲਾ ਦੇ ਆਧਾਰ ਤੇ ਉੱਪਰ ਲਿਖਿਆ ਜਾਂਦਾ ਹੈ। ਜਿਵੇਂ ਤੁਸੀਂ ਪੜ੍ਹਦੇ ਹੋ ਨਾ ਪੂਰਨ ਦਾ ਜਿਹੜਾ ਕਿੱਸਾ ਉਹ ਸ਼ੀ ਹਰਫੀ ਦੇ ਵਿੱਚ ਕਾਦਰੀਆਰ ਨੇ ਲਿਖਿਆ ਹੈ। ਜਿਵੇਂ ਉਹ ਕਹਿੰਦਾ ਹੈ ਅਲਫ, ਅਲਫ ਤੋਂ ਸ਼ੁਰੂ ਕਰਦਾ, ਅਲਫ ਪਹਿਲਾ ਅੱਖਰ ਹੁੰਦਾ ਹੈ, ਸੌਰੀ ਅਲਫ ਜਿਹੜਾ ਹੈਗਾ ਉਹ ਪਹਿਲਾ ਅੱਖਰ ਹੈ। ਅਲਫ, ਅਲਫ ਆਖ ਸਖੀ ਸਿਆਲਕੋਟ ਅੰਦਰ ਪੂਰਨ ਪੁੱਤ ਸਲਵਾਨ ਨੇ ਜਾਇਆ ਹੀ ਨਹੀਂ। ਤੋ ਜਿਹੜਾ ਇਹ ਇਵੇਂ ਜਿਹੜਾ ਅਲਫ ਬੇ ਪੇ ਤੇ ਟੇ ਸੇ ਜੀਮ ਚੇ ਹੇ ਖੇ ਦੇ ਸੀਕੁਐਂਸ ਦੇ ਵਿੱਚ ਚੱਲਦਾ ਉਹਨੂੰ ਸੀ ਹਰਫੀ ਕਿਹਾ ਜਾਂਦਾ ਹੈ। ਇਹਦੇ 'ਚ 28 ਅੱਖਰ ਜਿਹੜੇ ਹੁੰਦੇ ਨੇ ਫਾਰਸੀ ਦੇ ਹੁੰਦੇ ਨੇ ਤੇ 2 ਅਰਬੀ ਦੇ ਜੋੜ ਕੇ 30 ਬਣਾ ਲਏ ਜਾਂਦੇ ਨੇ ਪੂਰੇ, ਕਿਉਂਕਿ ਇਹਨਾਂ ਵਿੱਚ ਸੰਯੁਕਤ ਅੱਖਰ ਵੀ ਕਾਫੀ ਪਾਏ ਜਾਂਦੇ ਹੈਗੇ ਨੇ। ਇਹਨਾਂ ਸੈਮਟਿਕ ਜਿਹੜੇ ਇਹਨਾਂ ਦੀ ਹਰੂਫ ਤਹਜ਼ੀ ਹੁੰਦੀ ਹੈਗੀ ਆ। ਤੋ ਇਹ ਜਿਹੜਾ ਹੈਗਾ ਹੈ ਇਹ ਆਪਣੇ ਵਾਸਤੇ ਸੀ ਹਰਫੀ ਵਾਸਤੇ ਵਰਤਿਆ ਜਾਂਦਾ ਹੈਗਾ। ਸਾਡਾ ਆਪਸ਼ਨ ਇੱਥੇ ਆਪਣਾ ਸੱਸਾ ਆਏਗਾ। ਸਾਹਿਤ ਕੀ ਹੈ? ਸਾਹਿਤ ਇੱਕ ਕਲਾ ਹੈ। ਮਨੁੱਖੀ ਅਨੁਭਵ ਦੀ ਕਲਾਤਮਕ ਪੇਸ਼ਕਾਰੀ ਹੁੰਦੀ ਹੈ ਜਿਹੜਾ ਸਾਹਿਤ ਹੁੰਦਾ ਹੈਗਾ। ਕਾਵ ਨਾਟਕ ਹੈ। ਨਾਟਕ ਹੈ, ਕਾਵ ਹੈ, ਬ੍ਰਿਤਾਂਤ ਹੈ ਜਾਂ ਵਰਣਨ ਹੈ। ਤੋ ਕਾਵ ਨਾਟਕ ਇੱਕ ਨਾਟਕ ਹੀ ਹੈ। ਕਾਵ ਨਹੀਂ ਅਸੀਂ ਇਹਨੂੰ ਕਹਿ ਸਕਦੇ, ਇੱਕ ਨਾਟਕ ਦਾ ਹੀ ਇੱਕ ਰੂਪ ਹੈ। ਜੋ ਤੁਸੀਂ ਪ੍ਰਾਤਨ ਪੜ੍ਹੋਗੇ ਨਾ ਰਮਾਇਣ ਮਹਾਭਾਰਤ ਵਿਕਰਮੋਰ ਵਸ਼ੀ ਅਭਿਗਿਆਨ ਸ਼ਕੁੰਤਲਮ, ਫਿਰ ਉਸ ਤੋਂ ਬਾਅਦ ਦੇ ਵਿੱਚ ਲਾਵਣ ਯੁਵਤੀ, ਫਿਰ ਭਾਭੂਤੀ ਦਾ ਰਾਮਚਰਿਤ, ਫਿਰ ਉਸ ਤੋਂ ਬਾਅਦ ਦੇ ਵਿੱਚ ਕਦੰਬਰੀ। ਤੋ ਇਹ ਸਾਰੇ ਦੇ ਸਾਰੇ ਜਿਹੜੇ ਕਾਵ ਨਾਟ ਹੀ ਨੇ। ਮੇਘਦੂਤਮ, ਤੋ ਸਾਰੇ ਇਹ ਮੂਲ ਰੂਪ ਦੇ ਵਿੱਚ ਨਾਟਕ ਹੀ ਨੇ। ਕਾਵ ਦੇ ਵਿੱਚ ਲਿਖੇ ਗਏ ਨਾਟ ਨੇ। ਜਦੋਂ ਤੁਸੀਂ ਸੰਸਕ੍ਰਿਤ ਦੇ ਜਿੰਨੇ ਨਾਟਕ ਪੜ੍ਹੋਗੇ, ਭਾਭੂਤੀ ਨੂੰ ਲੈ ਲਓ ਤੁਸੀਂ, ਵਿਸ਼ਾਖਾ ਦੱਤ ਨੂੰ ਲੈ ਲਓ, ਫਿਰ ਤੁਸੀਂ ਜਿਹੜਾ ਮਹਾਕਵੀ ਕਾਲੀਦਾਸ ਨੂੰ ਲੈ ਲਓ, ਇਹ ਸਾਰੇ ਬੰਦਿਆਂ ਨੇ ਕਾਵ ਦੇ ਵਿੱਚ ਹੀ ਨਾਟਕ ਲਿਖੇ ਨੇ। ਤੋ ਕਾਵ ਦੇ ਵਿੱਚ ਹੀ ਜਿਹੜਾ ਉਦੋਂ ਪੱਛਮ ਵਾਲੇ ਵੀ ਤੁਸੀਂ ਸੋਫੋਕਲੀਜ਼ ਵਰਗਿਆਂ ਨੂੰ ਪੜ੍ਹ ਲਓ, ਉਹਦੇ ਵਿੱਚ ਉਹਨਾਂ ਨੇ ਵੀ ਕਾਵ ਦੇ ਮੂਲ ਰੂਪ ਦੇ ਵਿੱਚ ਕਾਵ ਵਿੱਚ ਹੀ ਆਪਣੇ ਨਾਟਕ ਲਿਖੇ ਨੇ। ਜਿਵੇਂ ਦਾ ਕਿੰਗ ਈਡੀਪਸ ਉਹ ਕਾਵ ਦੇ ਵਿੱਚ ਲਿਖਿਆ ਗਿਆ, ਅਥੈਲੋ ਹੈ, ਦੇਸ਼ ਦਮਨਾ ਹੈ, ਇਹ ਸਾਰੇ ਦੇ ਸਾਰੇ ਕਾਵ ਦੇ ਵਿੱਚ ਲਿਖੇ ਗਏ ਨਾਟਕ ਹੈਗੇ ਨੇ। ਤੋ ਆਰੰਭ ਹੀ ਕਾਵ ਨਾਟਕ ਤੋਂ ਹੁੰਦਾ ਹੈਗਾ। ਤੋ ਇੱਥੇ ਆਪਸ਼ਨ ਸਾਡੀ ਜਿਹੜੀ ਹੈ ਉਹ ਊੜਾ ਆਊਗੀ, ਕਾਵ ਨਾਟ ਦੇ ਨਾਲ ਸੰਬੰਧ ਹੈਗਾ। ਅਗਲਾ ਹੈ ਮਹਾਕਾਵ ਭੇਦ ਹੈ। 4 ਆਪਸ਼ਨ ਨੇ। ਮੁਕਤਕ ਕਾਵ ਹੈ, ਦ੍ਰਿਸ਼ ਕਾਵ ਹੈ, ਪ੍ਰਬੰਧ ਕਾਵ ਹੈ, ਖੰਡ ਕਾਵ ਹੈ। ਤੋ ਮੁਕਤਕ ਕਾਵ ਮੁਕਤਕਨ ਤੋਂ ਬਣਿਆ ਹੈਗਾ ਹੈ। ਤੋ ਇਹ ਸੰਬੰਧ ਇਹਦਾ ਜਿਹੜਾ ਮੁਕਤਕ ਕਾਵ ਦਾ ਹੈ ਇਹ ਜੁੜਦਾ ਹੈ ਪ੍ਰਬੰਧ ਕਾਵ ਨਾਲ। ਪ੍ਰਬੰਧ ਕਾਵ ਦਾ ਹੀ ਇਹ ਭੇਦ ਹੈ ਇੱਕ। ਤੋ ਉਸ ਤੋਂ ਬਾਅਦ ਆ ਜਾਂਦਾ ਦ੍ਰਿਸ਼ ਕਾਵ। ਦ੍ਰਿਸ਼ ਕਾਵ ਤੇ ਸ਼ਰਵ ਕਾਵ ਦੋ ਅਲੱਗ-ਅਲੱਗ ਭੇਦ ਨੇ। ਇੱਕ ਦ੍ਰਿਸ਼ ਕਾਵ ਹੈ ਜੋ ਦੇਖਿਆ ਜਾਂਦਾ ਹੈ, ਤੇ ਇੱਕ ਸ਼ਰਵ ਕਾਵ ਹੈ ਜੋ ਸੁਣਿਆ ਜਾਂਦਾ ਹੈ। ਇਹ ਵੀ ਇਹਦਾ ਜਿਹੜਾ ਭੇਦ ਨਹੀਂ ਹੈਗਾ।
तो खंड काव्य हैगा जिहड़ा खंड काव्य अगे जा करके उपरूपक दा भाग है, एक रूपक है और एक उपरूपक है, ये ओहदा भाग है। तो महाकाव्य जिहदा भेद हैगा वो प्रबंध काव्य दा है। महाकाव्य किहदा भेद है? प्रबंध काव्य दा। ते साडी ऑप्शन जिहड़ी आ गई है इत्थे आऊगी जा करके ईडी, ये प्रबंध काव्य दा ही एक भेद हैगा। जदों तुसीं इहदी सीक्वेंस वेखोगे काव्य शास्त्र दे विच, इहदे प्रबंध काव्य दे अंतर्गत एक महाकाव्य है और दूसरा मुक्तक काव्य है। मुक्तक काव्य मुक्तकन तो बनिया है, तो इहदा संबंध इस नाल हैगा। विरेचन दा संकल्प है जिहड़ा किहदे नाल संबंधित है? विरेचन, विरेचन जां कैथारसिस, इहनूं कैथारसिस कहंदे ने, कैथारसिस भाव संतुलन। जे तुसीं पंजाबी च कहोगे तो आऊगा भाव संतुलन, भाव संतुलन। त्रासदी नाल है, कामदी नाल है, नावल नाल है, प्रगीत नाल है। तो इहदा जिहड़ा विरेचन दा संबंध है वो त्रासदी नाल है। जदों ਜਿਹੜਾ ਦਰਸ਼ਕ ਹੈਗਾ ਹੈ ਕਿਸੇ ਰਚਨਾ ਦੇ ਵਿੱਚ ਕਿਸੇ ਤਰਾਸਦੀ ਨੂੰ ਦੇਖਦਾ, ਉਹਦੇ ਭਾਵਾਂ ਨੂੰ ਸੰਤੁਲਨ ਹੁੰਦੇ, ਭਾਵ ਪ੍ਰਵਾਹ ਦੀ ਗਤੀ ਦੇ ਵਿੱਚ ਜਿਹੜੇ ਹੈਗੇ ਨੇ ਉਹ ਪ੍ਰਦੀਪਤ ਹੋ ਜਾਂਦੇ ਨੇ, ਔਰ ਮਨੁੱਖ ਜਿਹੜਾ ਹੈਗਾ ਹੈ ਉਹ ਇੱਕ ਪ੍ਰਕਾਰ ਦੀਆਂ ਸ਼ਕਤੀਆਂ ਦੁਆਰਾ ਜਿਹੜਾ ਹੈਗਾ ਉਹ ਵਿਲੰਬਿਤ ਹੋ ਜਾਂਦਾ ਉੱਥੇ ਜਾ ਕਰਕੇ। ਭਾਵ ਕੀ ਉਹਦੇ ਮਨ ਦੇ ਵਿੱਚ ਜਿਹੜੇ ਭਾਵਨਾਵਾਂ ਪ੍ਰਬਲ ਹੋ ਜਾਂਦੀਆਂ ਨੇ। ਜੇ ਸਧਾਰਨ ਸ਼ਬਦਾਂ ਦੇ ਵਿੱਚ ਕਹੀਏ ਕਿ ਜਦੋਂ ਅਸੀਂ ਤਰਾਸਦੀ ਨੂੰ ਦੇਖਦੇ ਹੈਗੇ ਹਾਂ ਤਾਂ ਸਾਡਾ ਹਿਰਦਾ ਜਿਹੜਾ ਹੈਗਾ ਉਹ ਕਰੁਣਾ ਨਾਲ ਤੇ ਵਿਪਰਲੰਬ ਵਿਯੋਗ ਦੇ ਨਾਲ ਭਰ ਜਾਂਦਾ ਹੈ। ਉਸ ਚੀਜ਼ ਨੂੰ ਵਿਰੇਚਨ ਆਖਿਆ ਗਿਆ, ਕਥਾਰਸਿਸ ਆਖਿਆ ਗਿਆ ਭਰਤ ਮੁਨੀ ਦੁਆਰਾ, तो सॉरी अरस्तू द्वारा। तो ਇਹਦਾ ਜਿਹੜਾ ਸੰਬੰਧ ਹੈਗਾ ਉਹ ਤਰਾਸਦੀ ਨਾਲ ਹੈ। ਜਦੋਂ ਕਥਾਰਸਿਸ ਫੇਰ ਹੀ ਹੋਊਗਾ ਜਦੋਂ ਅਸੀਂ ਜਿਹੜੀਆਂ ਹੈਗੀਆਂ ਨੇ ਤਰਾਸਦੀ ਯੁਕਤ ਜਿਹੜੀਆਂ ਗਮਗੀਨ ਰਚਨਾਵਾਂ ਨੂੰ ਵੇਖਾਂਗੇ, ਉਸ ਵੇਲੇ ਹੀ ਸਾਡਾ ਜਿਹੜਾ ਹੈਗਾ ਉਹ ਕਥਾਰਸਿਸ ਹੋਏਗਾ। ਇਸ ਕਰਕੇ ਇਹਦਾ ਸੰਬੰਧ ਜਿਹੜਾ ਹੈਗਾ ਉਹ ਤਰਾਸਦੀ ਨਾਲ ਹੈ। ਕਾਮ ਦੀ ਹੈਗੀ ਹੈ ਜਿਹੜੀ ਉਹ ਸੁਖਦ ਹੁੰਦੀ ਹੈ, ਕਾਮ ਦੀ ਸੁਖਦ ਹੁੰਦੀ। ਕਾਮ ਦੀ ਮੂਲ ਰੂਪ ਦੇ ਵਿੱਚ ਤੁਹਾਡੀ ਆਧੁਨਿਕ ਕਾਮੇਡੀ ਦਾ ਹੀ ਪਰਿਆਏ ਹੈ। ਕਾਮੇਡੀ, ਕਮੇਡੀ ਦਾ ਪਰਿਆਏ, ਪਰ ਮੂਲ ਰੂਪ ਦੇ ਵਿੱਚ ਕਾਮ ਦੀ ਇੱਥੇ ਸੰਸਕ੍ਰਿਤ ਦੇ ਵਿੱਚ ਕਾਮ ਦੀ ਕਮੈਂਟਰੀ ਨੂੰ ਕਹਿੰਦੇ ਨੇ, ਕਮੇਡੀ ਨੂੰ ਨਹੀਂ ਕਹਿੰਦੇ। ਕਮੈਂਟਰੀ ਵਾਸਤੇ ਵਰਤਿਆ ਜਾਂਦਾ ਹੈਗਾ ਕਿਸੇ ਚੀਜ਼ ਦੇ ਉੱਪਰ ਵਰੁੱਤੀ ਕਰਨੀ, ਪਰ ਇੱਥੇ ਜਿਹੜੀ ਕਾਮ ਦੀ ਅਰਸਤੂ ਕਹਿੰਦਾ ਹੈ ਇਹ ਕਮੇਡੀ ਹੈ। ਲਕਸ਼ਣਾਂ ਦਾ ਸੰਬੰਧ ਹੈ ਕਿਸ ਚੀਜ਼ ਨਾਲ ਹੈ? ਰਸ ਸੰਪਰਦਾਇ ਨਾਲ ਹੈ। ਤੋ ਲਕਸ਼ਣਾਂ ਮੂਲ ਰੂਪ ਦੇ ਵਿੱਚ ਸ਼ਬਦ ਸ਼ਕਤੀ ਹੁੰਦਾ। ਬਈ ਜਿਹੜੇ ਐਮਏ ਕਰ ਚੁੱਕੇ ਨੇ ਉਹਨਾਂ ਨੂੰ ਪਤਾ ਇਸ ਚੀਜ਼ ਦਾ। ਸ਼ਬਦ ਸ਼ਕਤੀ ਹੈ। ਤਿੰਨ ਤਰ੍ਹਾਂ ਦੀਆਂ ਸ਼ਬਦ ਸ਼ਕਤੀਆਂ ਹੁੰਦੀਆਂ ਨੇ, ਅਭਿਧਾ, ਲਕਸ਼ਣਾਂ ਤੇ ਵਿਅੰਜਨਾ। ਵਿਅੰਜਨਾ ਜਿਹੜੇ ਨਿਆਇਕ ਹੈਗੇ ਨੇ ਜਾਂ ਮੀਮਾਂਸਕ ਹੈਗੇ ਨੇ ਉਹ ਚੌਥੀ ਮੰਨਦੇ ਨੇ ਤਾਤਪ੍ਰਿਆ। ਆਪਣੇ ਆਚਾਰੀਆ ਆਨੰਦਵਰਧਨ ਨੇ ਜਾਂ ਆਚਾਰੀਆ ਅਭਿਨਵ ਗੁਪਤ ਨੇ ਇਹਨੂੰ ਨਹੀਂ ਮੰਨਿਆ, ਇਹ ਮੀਮਾਂਸਕ ਮੰਨਦੇ ਨੇ। ਰਾਜਸ਼ੇਖਰ ਵਰਗੇ ਹੈਗੇ ਨੇ ਜਿਹੜੇ ਤਾਤਪ੍ਰਿਆ, ਤਾਤਪ੍ਰਿਆ ਵੀ ਮੰਨਦੇ ਹੈਗੇ ਨੇ, ਪਰ ਤਾਤਪ੍ਰਿਆ ਨੂੰ ਪਹਿਲਿਆਂ ਆਚਾਰੀਆ ਨੇ ਨਹੀਂ ਮੰਨਿਆ, ਮਗਰਲਿਆਂ ਨੇ ਮੰਨਿਆ। ਤਾਂ ਲਕਸ਼ਣਾ ਇੱਕ ਪ੍ਰਕਾਰ ਦੀ ਸ਼ਬਦ ਸ਼ਕਤੀ ਹੁੰਦੀ ਹੈ। ਜਦੋਂ ਤੁਸੀਂ ਕਿਸੇ ਚੀਜ਼ ਦੀ ਲੱਖਣ ਲਾਉਨੇ ਹੋ, ਇੱਕ ਤੇ ਤੁਸੀਂ ਪ੍ਰੋਪਰ ਨੂੰ ਅਰਥਾਂ ਨੂੰ ਤੁਸੀਂ ਗ੍ਰਹਿਣ ਕਰ ਲਿਆ, ਸਿੱਧੇ ਅਰਥ ਤੁਹਾਨੂੰ ਮਿਲ ਗਏ, ਉਹਨੂੰ ਅਭਿਧਾ ਆਖਿਆ ਜਾਂਦਾ ਹੈ। ਇੱਕ ਫਿਰ ਤੁਸੀਂ ਲੱਖਣ ਲਾਉਨੇ ਹੋ ਕਿ ਹਾਂ ਜੀ ਉਹ ਗੱਲ ਇਉਂ ਹੋਊਗੀ, ਉਹ ਗੱਲ ਇੱਥੇ ਐ ਹੋਣੀ ਚਾਹੀਦੀ ਹੈ, ਉਹਨੂੰ ਆਖਿਆ ਜਾਂਦਾ ਲਕਸ਼ਣਾ। ਔਰ ਤੀਜੇ ਅਰਥ ਜਿਹੜੇ ਹੁੰਦੇ ਨੇ ਉਹ ਹੁੰਦੇ ਨੇ ਵਿਅੰਜਨਾ, ਜਿਹੜੇ ਸਾਡੀ ਪਹੁੰਚ ਤੋਂ ਬੜੀ ਦੂਰ ਦੇ ਅਰਥ ਹੁੰਦੇ ਨੇ, ਜਿਹੜਾ ਕਿ ਸਾਡੀ ਬੁੱਧੀਮਤਾ ਤੋਂ ਅਗਲੀ ਗੱਲ ਕਰਦੇ ਨੇ, ਜਿੱਥੇ ਸਾਨੂੰ ਸੋਚ ਸਮਝ ਵੀ ਨਹੀਂ ਹੁੰਦੀ ਕਿ ਗੱਲ ਕਹਿਣੇ ਕੀ ਚਾਹੁੰਦਾ ਲੇਖਕ, ਉਸ ਚੀਜ਼ ਦੀ ਨੂੰ ਜਿਹੜਾ ਹੈਗਾ ਉਹ ਅਭਿਵਿਅੰਜਿਤ ਕਰ ਜਾਂਦੇ ਨੇ। ਤਾਂ ਇਹਦਾ ਸੰਬੰਧ ਹੈਗਾ ਜਿਹੜਾ ਉਹ ਧੁਨੀ ਸੰਪਰਦਾਇ ਦੇ ਨਾਲ ਹੈ ਜਾਂ ਧੁਨੀ ਸਿਧਾਂਤ ਦੇ ਨਾਲ ਹੈਗਾ ਲਕਸ਼ਣਾਂ ਦਾ ਸੰਬੰਧ। ਸਾਹਿਤ ਇਤਿਹਾਸ ਦਾ ਆਧਾਰ ਹੈ। ਤੋਂ ਚਾਰ ਸਾਡੇ ਕੋਲੇ ਆਪਸ਼ਨਾਂ ਨੇ। ਤਾਂ ਸਾਹਿਤ ਦਾ ਇਤਿਹਾਸ ਜਿਹੜਾ ਸਾਹਿਤਕ ਤੱਥਾਂ ਦੇ ਉੱਪਰ ਆਧਾਰਿਤ ਹੁੰਦਾ ਹੈਗਾ। ਸਾਹਿਤਕ ਤੱਥ ਹੁੰਦੇ ਨੇ ਜਿਹੜੇ ਉਹ ਸਾਹਿਤ ਦੇ ਇਤਿਹਾਸ ਦਾ ਆਧਾਰ ਹੁੰਦੇ ਨੇ। ਸਾਹਿਤਕ ਤੱਥਾਂ ਦੇ ਆਧਾਰ ਦੇ ਉੱਪਰ ਹੀ ਸਾਹਿਤ ਦੇ ਇਤਿਹਾਸ ਨੂੰ ਲਿਖਿਆ ਜਾਂਦਾ ਤੇ ਉਹਦੀ ਅਭਿਵਿਅੰਜਨਾ ਕੀਤੀ ਜਾਂਦੀ ਹੈਗੀ। ਪੇਂਡੂ ਮਾਨਸਿਕਤਾ ਦਾ ਪ੍ਰਤੀਨਿਧ ਨਾਟਕਕਾਰ ਕਿਹੜਾ ਹੈ? ਕਪੂਰ ਸਿੰਘ ਘੁੰਮਣ ਹੈ। ਕਪੂਰ ਸਿੰਘ ਘੁੰਮਣ ਨੇ ਮੂਲ ਰੂਪ ਦੇ ਵਿੱਚ 1947 ਨਾਲ ਸੰਬੰਧਿਤ ਨਾਟਕ ਜ਼ਿਆਦਾ ਲਿਖੇ ਨੇ। ਇਹਦਾ ਸੰਬੰਧ ਜਿਹੜਾ ਹੈਗਾ 1947 ਦੀ ਵੰਡ ਦੀ ਜਿਹੜੀ ਤਰਾਸਦਿਕ ਜੀਵਨ ਹੈਗਾ ਉਸ ਵੇਲੇ ਦਾ, ਉਹਦੇ ਨਾਲ ਰਿਸ਼ਤਾ ਹੈਗਾ। ਤਾਂ ਇਹ ਨਾਟਕ ਉਹ ਜੇ ਲਿਖਦਾ ਹੈ, ਇਹਦਾ ਸੰਬੰਧ ਨਾਲ ਪੇਂਡੂ ਮਾਨਸਿਕਤਾ ਨਾਲ ਨਹੀਂ ਹੈਗਾ। ਉਸ ਤੋਂ ਬਾਅਦ ਦੇ ਵਿੱਚ ਆ ਜਾਂਦਾ ਬਲਵੰਤ ਗਾਰਗੀ। ਬਲਵੰਤ ਗਾਰਗੀ ਜਿਹੜਾ ਹੈਗਾ ਉਹ ਲੋਕਾਂ ਦੇ ਮਾਨਸਿਕ ਅਭਿਵਿਅੰਜਨਾ ਤਾਂ ਜ਼ਰੂਰ ਕਰਦਾ, ਪਰ ਉਹਦੇ ਨਾਟਕ ਬਹੁਤੇ ਪੇਂਡੂ ਯਥਾਰਥ ਨਾਲ ਸੰਬੰਧਿਤ ਨਹੀਂ ਹੈਗੇ। ਪੇਂਡੂ ਜਨਜੀਵਨ ਦੀ ਅਭਿਵਿਅੰਜਨਾ ਨਹੀਂ ਕਰਦੇ ਉਹਦੇ ਨਾਟਕ।
ਉਸ ਤੋਂ ਬਾਅਦ ਆ ਜਾਂਦਾ CD ਸਿੱਧੂ। CD ਸਿੱਧੂ ਵੀ ਬਹੁਤ ਵੱਡੇ ਪੱਧਰ ਦਾ ਨਾਟਕਕਾਰ ਆ, ਪੂਰਾ ਨਾਂ ਇਹਦਾ ਹੈਗਾ ਚਰਨਦਾਸ ਸਿੱਧੂ। ਤੋ ਨਾਟਕ ਇਹਨੇ ਵੀ ਬੜੇ ਲਿਖੇ ਨੇ, ਪਰ ਮਹਾਨਗਰ ਦੇ ਜੀਵਨ ਨੂੰ ਐਕਸਪਲੇਨ ਕਰਦੇ ਇਹਦੇ ਨਾਟਕ ਨੇ, ਵੱਡੇ ਪੱਧਰਾਂ ਦੀ ਗੱਲ ਕਰਦੇ ਨੇ। ਤੋ ਆਮ ਜਨ ਜੀਵਨ ਦੀ ਜਿਹੜੀ ਗੱਲ ਕਰਦਾ ਹੈਗਾ, ਆਮ ਜਨ ਜੀਵਨ ਦੇ ਪੱਧਰ ਤੱਕ ਜਾ ਕੇ ਜਿਹੜਾ ਪੇਂਡੂ ਸਰੋਤਿਆਂ ਦੇ ਮੂੰਹ ਦੇ ਵਿੱਚ ਵਾਰਤਾਲਾਪ ਪਾਉਣ ਵਾਲਾ ਬੰਦਾ ਹੈਗਾ, ਸੌਰੀ ਪੇਂਡੂ ਪਾਤਰਾਂ ਦੇ, ਉਹ ਅਜਮੇਰ ਔਲਖ ਹੈਗਾ। ਪੇਂਡੂ ਮਾਨਸਿਕਤਾ ਦੀ ਜਿਹੜੀ ਗੱਲ ਕਰਦਾ ਹੈਗਾ, ਪੇਂਡੂ ਬੇਜ਼ਮੀਨੇ, ਘੱਟ ਪੜ੍ਹੇ ਲਿਖੇ, ਰੁਜ਼ਗਾਰ, ਗਰੀਬ, ਅਨਪੜ੍ਹ ਤਬਕੇ ਦੀ ਜਿਹੜਾ ਗੱਲ ਕਰਦਾ ਹੈਗਾ, ਉਹ ਅਜਮੇਰ ਔਲਖ ਕਰਦਾ ਹੈਗਾ। ਇਹਦੇ ਜਿੰਨੇ ਨਾਟਕ ਹੈਗੇ ਨੇ ਉਹ ਸਾਰੇ ਪੇਂਡੂ ਮਾਨਸਿਕਤਾ ਦੀ ਵਿਵੰਜਨਾ ਕਰਦੇ ਹੈਗੇ ਨੇ। ਤੋ ਸਾਡਾ ਆਪਸ਼ਨ ਜਿਹੜੀ ਹੈਗੀ ਉਹ ਇੱਥੇ ਸੱਸਾ ਆਏਗੀ। ਤਰਾਸਦੀ ਕਾਰਜ ਦਾ ਅਨੁਕਰਨ ਕਿਸ ਦਾ ਕਥਨ ਹੈ? ਤੋ ਇਹ ਹੈਗਾ ਜਿਹੜਾ, ਇਹ ਅਰਸਤੂ ਹੈ, ਅਰਸਤੂ ਦਾ ਕਥਨ ਹੈਗਾ। ਪੋਇਟਿਕਸ ਦੇ ਵਿੱਚ ਅਰਸਤੂ ਨੇ ਇਸ ਚੀਜ਼ ਨੂੰ ਐਕਸਪਲੇਨ ਕੀਤਾ ਹੈਗਾ। ਕਾਫੀ ਕਿਸ ਪ੍ਰਣਾਲੀ ਦਾ ਪ੍ਰਧਾਨ ਰੂਪ ਹੈ? ਤੋ ਕਾਫੀ ਜਿਹੜਾ ਹੈਗਾ ਹੈ ਉਹ ਸੂਫੀ ਕਾਵਿ ਦੇ ਵਿੱਚ ਵਰਤਿਆ ਜਾਣ ਵਾਲਾ ਰਾਗ ਤੇ ਰਾਗਣੀ ਹੁੰਦਾ ਹੈਗਾ। ਇਹਦਾ ਸੰਬੰਧ ਸੂਫੀ ਕਾਵਿ ਨਾਲ ਹੁੰਦਾ ਹੈਗਾ। ਤੋ ਸਾਡਾ ਆਪਸ਼ਨ ਇੱਥੇ ਏਡੀ ਆਏਗਾ। ਕਿਹੜੀ ਰਚਨਾ ਮਾਰਕੰਡੇ ਪੁਰਾਣ ਉੱਤੇ ਆਧਾਰਿਤ ਹੈ? ਤੋ ਸਾਡੇ ਕੋਲ 4 ਇੱਥੇ ਬਾਣੀਆਂ ਨੇ। ਪਹਿਲੀ ਜਾਪ ਸਾਹਿਬ ਹੈ, ਇਹ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਚਨਾ ਹੈ। ਉਸ ਤੋਂ ਅਗਲੀ ਹੈਗੀ ਹੈ ਤਪ ਪ੍ਰਸਾਦ ਸਵਈਏ, ਇਹ ਵੀ ਗੁਰੂ ਗੋਬਿੰਦ ਸਿੰਘ ਦੀ ਰਚਨਾ ਹੈ। ਬਰਚਿੱਤਰ ਨਾਟਕ ਜਿਹੜਾ ਹੈਗਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਟੋਬਾਇਓਗ੍ਰਾਫੀ ਹੈ। ਤੋ ਲਾਸਟ ਤੇ ਚੰਡੀ ਦੀ ਵਾਰ ਹੈ। ਤੋ ਚੰਡੀ ਦੀ ਵਾਰ ਜਿਹੜਾ ਹੈਗਾ ਉਹ ਮਾਰਕੰਡੇ ਪੁਰਾਣ ਦੇ ਉੱਪਰ ਆਧਾਰਿਤ ਹੈ। ਮਾਰਕੰਡੇ ਪੁਰਾਣ ਦੇ ਵਿੱਚ ਦੁਰਗਾ ਸਪਤਸਤੀ ਦਾ ਪਾਠ ਆਉਂਦਾ ਹੈ। ਇਹ ਦੁਰਗਾ ਸਪਤਸਤੀ, ਉਹਦਾ ਹੀ ਪੰਜਾਬੀ ਰੂਪਾਂਤਰਣ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ ਹੈਗਾ ਉਹ ਕੀਤਾ ਹੈ। ਔਰ ਯਾਦ ਰੱਖਣ ਯੋਗ ਗੱਲ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ 2 ਰਚਨਾਵਾਂ ਹੀ ਕੇਵਲ ਪੰਜਾਬੀ ਚ ਮਿਲਦੀਆਂ ਨੇ। ਪਹਿਲੀ ਹੈਗਾ ਮਿੱਤਰ ਪਿਆਰੇ ਨੂੰ, ਮਿੱਤਰ ਪਿਆਰੇ ਨੂੰ ਉਹਨਾਂ ਦਾ ਸ਼ਬਦ ਹੈ, ਔਰ ਦੂਸਰਾ ਜਿਹੜਾ ਹੈਗਾ ਉਹ ਚੰਡੀ ਦੀ ਵਾਰ ਹੈ। ਇਹ 2 ਰਚਨਾਵਾਂ ਉਹਨਾਂ ਦੀਆਂ ਪੰਜਾਬੀ ਚ ਨੇ, ਬਾਕੀ ਫਾਰਸੀ, ਬ੍ਰਿਜ ਭਾਸ਼ਾ, ਸੰਦੂਕੜੀ ਜਾਂ ਸਾਧ ਭਾਸ਼ਾ ਦੇ ਵਿੱਚ ਉਹਨਾਂ ਦੀ ਰਚਨਾ ਮਿਲਦੀ ਹੈਗੀ ਹੈ। ਤੋ ਮਾਰਕੰਡੇ ਪੁਰਾਣ ਦੇ ਉੱਪਰ ਆਧਾਰਿਤ ਉਹਨਾਂ ਦੀ ਰਚਨਾ ਹੈਗੀ ਹੈ ਚੰਡੀ ਦੀ ਵਾਰ। 54 ਪੌੜੀਆਂ ਦੇ ਵਿੱਚ ਵਰਣਨ ਕੀਤੀ ਗਈ ਹੈ। ਵਾਰ ਹੈ ਪੰਜਾਬੀ ਦੀ ਪਹਿਲੀ ਵੀਰ ਰਸੀ ਵਾਰ ਹੈਗੀ ਹੈ। ਔਰ ਇਹਦਾ ਜਿਹੜਾ ਸੰਬੰਧ ਹੈਗਾ, ਇਹਦੇ ਵਿੱਚ ਜਿਹੜੀ ਦੁਰਗਾ ਦੇਵੀ ਹੈਗਾ ਇਹਦਾ ਨਾਇਕ ਅਕਾਲ ਪੁਰਖ ਹੈ, ਔਰ ਦੁਰਗਾ ਦੇਵੀ ਇਹਦੇ ਵਿੱਚ ਜਿਹੜੀ ਹੈਗੀ ਹੈ ਉਹ ਤੇ ਰਾਖਸ਼ਾਂ ਦੇ ਯੁੱਧ ਨੂੰ ਜਿਹੜਾ ਹੈਗਾ ਸ਼ਕਤੀ ਇੱਕ ਆਵਾਹਨ ਬਣਾਇਆ ਗਿਆ ਹੈਗਾ। ਮਾਨਸਿਕਤਾ ਲੋਕਾਂ ਦੀ ਜਗਾਉਣ ਵਾਸਤੇ ਇੱਕ ਔਰਤ ਨੂੰ ਇੱਥੇ ਬਿੰਬ ਸਿਰਜਿਆ ਗਿਆ, ਔਰਤ ਦਾ ਇੱਕ ਸ਼ਕਤੀ ਦਾ, ਇੱਕ ਭਗਉਤੀ ਦਾ ਬਿੰਬ ਸਿਰਜ ਕੇ ਗੁਰੂ ਸਾਹਿਬ ਨੇ ਲੋਕਾਂ ਦੀਆਂ ਮਰ ਚੁੱਕੀਆਂ ਭਾਵਨਾਵਾਂ ਨੂੰ ਜਾਗਰਤ ਕੀਤਾ ਹੈਗਾ। ਤੋ ਇਹਦੇ ਜਿਹੜੀ ਨਾਇਕਾ ਦੇ ਤੌਰ ਦੇ ਉੱਪਰ ਜਿਹੜੀ ਹੈਗੀ ਉਹ ਦੇਵੀ ਸਾਡੇ ਸਨਮੁਖ ਆਉਂਦੀ ਹੈ, ਇੱਕ ਸ਼ਕਤੀ ਸਨਮੁਖ ਆਉਂਦੀ ਹੈ ਜਿਹੜੀ ਕਿ ਰਾਖਸ਼ਾਂ ਦੇ ਨਾਲ ਯੁੱਧ ਕਰਦੀ ਹੈ। ਸ਼ੁੰਭ ਨਿਸ਼ੁੰਭ, ਚੰਡ ਮੁੰਡ, ਰਕਤ ਬੀਜ ਔਰ ਮਹਿਖਾਸੁਰ ਵਰਗੇ ਦੈਂਤ ਜਿਹੜੇ ਹੈਗੇ ਨੇ ਉਹ ਇਹਦੇ ਵਿੱਚ ਖਲਨਾਇਕ ਦੇ ਤੌਰ ਦੇ ਉੱਪਰ ਉੱਭਰਦੇ ਹੈਗੇ ਨੇ। ਸਿੱਖਾਂ ਦੀ ਭਗਤਮਾਲਾ ਦਾ ਕਰਤਾ ਹੈ। ਤੋ ਸਿੱਖਾਂ ਦੀ ਭਗਤਮਾਲਾ ਭਾਈ ਗੁਰਦਾਸ ਦੀ 11ਵੀਂ ਵਾਰ ਦੇ ਉੱਪਰ ਆਧਾਰਿਤ ਹੈ। 11ਵੀਂ ਵਾਰ ਤੇ ਆਧਾਰਿਤ ਹੈਗੀ ਹੈ ਭਾਈ ਗੁਰਦਾਸ ਦੀ ਤੇ, ਔਰ ਇਹਦਾ ਜਿਹੜਾ ਕਰਤਾ ਹੈ ਉਹ ਹੈ ਭਾਈ ਮਨੀ ਸਿੰਘ। ਭਾਈ ਮਨੀ ਸਿੰਘ ਹੈਗੇ ਕਰਤਾ ਨੇ ਇਹਦੇ, ਔਰ ਭਾਈ ਗੁਰਦਾਸ ਦੀ 11ਵੀਂ ਵਾਰ ਦੇ ਉੱਪਰ ਇੱਕ ਜਿਹੜੀ ਰਚਨਾ ਆਧਾਰਿਤ ਹੈ ਸਿੱਖਾਂ ਦੀ ਭਗਤਮਾਲਾ। ਸਾਹਿਤ ਦੀ ਸਮਝ ਕਿਸ ਦੀ ਰਚਨਾ ਹੈ? ਤੋ ਸਾਹਿਤ ਦੀ ਸਮਝ ਦਾ ਜਿਹੜਾ ਲੇਖਕ ਹੈ ਉਹ ਹੈਗਾ ਪ੍ਰੋਫੈਸਰ ਕਿਸ਼ਨ ਸਿੰਘ। ਇਹਨਾਂ ਦੀ ਕਿਤਾਬ ਹੈਗੀ ਹੈ ਪ੍ਰੋਫੈਸਰ ਕਿਸ਼ਨ ਸਿੰਘ ਦੀ। ਸੰਰਚਨਾਵਾਦੀ ਪ੍ਰਣਾਲੀ ਕਿਸ ਉੱਤੇ ਵਧੇਰੇ ਬਲ ਦਿੰਦੀ ਹੈ? ਤੋ ਸੰਰਚਨਾਵਾਦੀ ਪ੍ਰਣਾਲੀ ਦਾ ਜਿਹੜਾ ਬਲ ਹੁੰਦਾ ਹੈਗਾ ਉਹ ਹੁੰਦਾ ਹੈ ਪਾਠ ਦੇ ਪ੍ਰਬੰਧ ਦੇ ਉੱਪਰ। ਜਦੋਂ ਪਾਠ ਦੇ ਪ੍ਰਬੰਧ ਤੇ ਬਲ ਆਊਗਾ ਤੇ ਬੁਣਤੀ ਦੇ ਉੱਤੇ ਤਾਂ ਆਟੋਮੈਟਿਕ ਹੀ ਆ ਜਾਣਾ। ਜਦੋਂ ਉਹਦੇ ਸਟਰਕਚਰ ਨੂੰ ਦੇਖੋਗੀ, ਸੰਰਚਨਾ ਨੂੰ ਦੇਖੋਗੀ ਤੇ ਬੁਣਤੀ ਤਾਂ ਫਿਰ ਉਹਦਾ ਸੈਕੰਡਰੀ ਪਾਰਟ ਰਹਿ ਜਾਂਦਾ ਹੈਗਾ। ਤੋ ਇਸ ਕਰਕੇ ਇਹਦਾ ਪਾਠ ਪ੍ਰਬੰਧ ਉੱਪਰ ਜ਼ਿਆਦਾ ਬਲ ਜਿਹੜੀ ਹੈਗੀ ਆ ਸੰਰਚਨਾਵਾਦੀ ਪ੍ਰਣਾਲੀ ਦਿੰਦੀ ਹੈਗੀ ਹੈ। ਰਸ ਸਿਧਾਂਤ ਦਾ ਸੰਸਥਾਪਕ ਹੈ, ਇਹ ਹੈਗੇ ਨੇ ਭਰਤ ਮੁਨੀ। ਇਹਨਾਂ ਦੀ ਕਿਤਾਬ ਹੈਗੀ ਆ ਨਾਟਯ ਸ਼ਸਤਰ, ਪਹਿਲਾਂ ਮੈਂ ਤੁਹਾਨੂੰ ਦੱਸ ਚੁੱਕਾ ਹੈ। ਸਾਹਿਤ ਦੀ ਕਾਲ ਵੰਡ ਦਾ ਸਹੀ ਆਧਾਰ ਹੈ, ਤੋ ਇਹ ਹੈ ਸਾਹਿਤਕ ਪ੍ਰਵਿਰਤੀ। ਪ੍ਰਵਿਰਤੀ ਦੇ ਆਧਾਰ ਦੇ ਉੱਪਰ ਹੀ ਤੁਸੀਂ ਸਹੀ ਸਾਹਿਤ ਦੀ ਜਿਹੜੀ ਕਾਲ ਵੰਡ ਹੈਗੀ ਉਹ ਕਰ ਸਕਦੇ ਹੋ। ਰੋਮਾਂਸਵਾਦ ਦੀ ਪ੍ਰਮੁੱਖ ਪ੍ਰਵਿਰਤੀ ਹੈ ਅਲੌਕਿਕ ਤੇ ਅਦਭੁਤ ਦਾ ਸੁਮੇਲ, ਜੀਵਨ ਵਿੱਚ ਖੁੱਲ੍ਹ ਤੇ ਪਿਆਰ, ਕਲਾਸਕੀਵਾਦ ਦਾ ਵਿਰੋਧ, ਪਰੰਪਰਾ ਭੰਜਨ। ਇਹਦਾ ਆਏਗਾ ਜੀ ਤੁਹਾਡਾ ਆੜਾ ਆਪਸ਼ਨ। ਇੱਥੇ ਹੈਗਾ ਹੈ ਜੀਵਨ ਵਿੱਚ ਖੁੱਲ੍ਹ ਤੇ ਪਿਆਰ ਦੀ ਗੱਲ ਹੁੰਦੀ ਹੈਗੀ ਹੈ ਜਿਹੜੀ ਰੋਮਾਂਸਵਾਦ ਦੇ ਵਿੱਚ, ਜਾਂ ਜਿਹੜੀ ਰੋਮਾਂਟਿਕ ਕਾਵ ਧਾਰਾ ਦੀ ਪ੍ਰਮੁੱਖ ਜਿਹੜੀ ਹੈਗੀ ਆ ਉਹ ਅਭਿਵਿਅੰਜਨਾ ਹੁੰਦੀ ਹੈ ਇਹਨਾਂ ਦੇ ਅਕੋਰਡਿੰਗ। ਆਦਿ ਗ੍ਰੰਥ ਵਿੱਚ ਕਿਸ ਗੁਰੂ ਦੀ ਬਾਣੀ ਸਭ ਤੋਂ ਵੱਧ ਰਾਗਾਂ ਵਿੱਚ ਹੈ? ਤੋ ਇਹ ਹੈਗਾ ਜੀ ਗੁਰੂ ਨਾਨਕ ਸਾਹਿਬ ਦੀ ਬਾਣੀ 19 ਰਾਗਾਂ ਵਿੱਚ ਹੈ, 19 ਰਾਗ।
ਉਸ ਤੋਂ ਬਾਅਦ ਗੁਰੂ ਅਮਰਦਾਸ ਜੀ ਮਹਾਰਾਜ ਦੀ ਬਾਣੀ 17 ਰਾਗ, ਗੁਰੂ ਰਾਮਦਾਸ ਜੀ ਮਹਾਰਾਜ ਦੀ ਬਾਣੀ ਜਿਹੜੀ 29 ਰਾਗ, ਔਰ ਗੁਰੂ ਅਰਜਨ ਦੇਵ ਜੀ ਦੀ ਜਿਹੜੀ ਬਾਣੀ ਹੈਗੀ ਆ ਉਹ ਹੈਗੀ ਪੂਰੇ 30 ਰਾਗਾਂ ਦੇ ਵਿੱਚ। ਉਹਨਾਂ ਨੇ ਜੈਜਾਵੰਤੀ ਰਾਗ ਨੂੰ ਛੱਡਿਆ ਇਕੱਲੇ ਨੂੰ, ਜੈਜਾਵੰਤੀ ਨੂੰ, ਬਾਕੀ ਸਾਰੇ ਰਾਗਾਂ ਦੇ ਵਿੱਚ ਬਾਣੀ ਜਿਹੜੀ ਹੈਗੀ ਉਹ ਰਚੀ ਹੈਗੀ ਹੈ। 30 ਰਾਗਾਂ 'ਚ ਇਹਨਾਂ ਦੀ ਬਾਣੀ ਮਹਾਰਾਜ ਦੀ ਮਿਲਦੀ ਹੈਗੀ ਹੈ। ਭੂਰਿਆਂ ਵਾਲੇ ਰਾਜੇ ਕੀਤੇ ਮੁਗਲਾਂ ਜ਼ਹਿਰ ਪਿਆਲੇ ਪੀਤੇ, ਪਹਿਲਾ ਸੰਕੇਤ ਹੈ ਮੁਸਲਮਾਨਾਂ ਵੱਲ, ਸਿੱਖਾਂ ਵੱਲ ਔਰ ਸੂਫੀਆਂ ਵੱਲ। ਇਹ ਬੁੱਲੇ ਸ਼ਾਹ ਦੀ ਰਚਨਾ ਮੂਲ ਰੂਪ ਦੇ ਵਿੱਚ ਉਲਟੇ ਹੋਰ ਜ਼ਮਾਨੇ ਆਏ ਅਸਾਂ ਭੇਦ ਸੱਜਣ ਦੇ ਪਾਏ, ਆਪਣਿਆਂ ਵਿੱਚ ਉਲਫਤ ਨਾਹੀਂ ਕੋਰੇ ਚਾਚੇ ਤਾਏ, ਇਹ ਉਹਨਾਂ ਦੀ ਇੱਕ ਰਚਨਾ ਹੈਗੀ ਆ। ਔਰ ਉਹਦੇ ਵਿੱਚ ਜਿਹੜਾ ਹੈਗਾ ਇਹ ਗੱਲ ਉਹਨੇ ਬਿਆਨ ਕੀਤੀ ਹੈ, ਭੂਰਿਆਂ ਵਾਲੇ ਦਾ ਸੰਕੇਤ ਜਿਹੜਾ ਹੈਗਾ ਉਹਨੇ ਸਿੱਖਾਂ ਵੱਲ ਕੀਤਾ ਹੈ। ਜਿਹੜੀ ਮੁਗਲ ਰਾਜ ਦੀ ਉਸ ਵੇਲੇ ਦੀ ਢਹਿੰਦੀ ਕਲਾ ਦਾ ਜਿਹੜਾ ਆਪਣਾ ਹੈਗਾ ਇਹ ਚਿੰਨ੍ਹ ਹੈ। ਉਸ ਵੇਲੇ ਬੰਦਾ ਬਹਾਦਰ ਦਾ ਜਿਹੜੀ ਪੂਰੀ ਚੜ੍ਹਤ ਸੀਗੀ, ਸਿੱਖ ਮਿਸਲਾਂ ਸਥਾਪਿਤ ਹੋ ਰਹੀਆਂ ਸੀਗੀਆਂ, ਤਾਂ ਉਸ ਗੱਲ ਵੱਲ ਸੰਕੇਤ ਕਰਦਾ ਹੈਗਾ। ਜਿਹੜੇ ਮੁਗਲਾਂ ਨੂੰ ਜਿਹੜਾ ਹੇਠੀ ਵੱਲ ਤੇ ਸਿੱਖਾਂ ਦਾ ਜਿਹੜਾ ਉਥਾਨ ਹੋ ਰਿਹਾ ਸੀ, ਉਸ ਚੀਜ਼ ਨੂੰ ਐਕਸਪਲੇਨ ਇਹਦੇ ਵਿੱਚ ਬੁੱਲੇ ਸ਼ਾਹ ਨੇ ਕੀਤਾ ਹੈਗਾ। ਭੂਰਿਆਂ ਵਾਲੇ ਦਾ ਅਰਥ ਸਿੱਖਾਂ ਨੂੰ ਕਿਹਾ ਹੈਗਾ ਉਹਨੇ ਉੱਥੇ। ਪਾਠ ਪ੍ਰਬੰਧ ਉੱਤੇ ਵਧੇਰੇ ਬਲ ਕਿਸ ਪ੍ਰਣਾਲੀ ਦੁਆਰਾ ਦਿੱਤਾ ਜਾਂਦਾ ਹੈ? ਇਹ ਤੁਹਾਨੂੰ ਮੈਂ ਥੋੜਾ ਸਮਾਂ ਪਹਿਲੇ ਦੱਸ ਕੇ ਹਟਿਆ ਹੈਗਾ। ਇਹ ਸੰਰਚਨਾਵਾਦੀ ਪ੍ਰਣਾਲੀ ਦੁਆਰਾ ਪਾਠ ਪ੍ਰਬੰਧ ਦੇ ਉੱਪਰ ਜਿਹੜਾ ਹੈਗਾ ਜ਼ਿਆਦਾ ਕੰਸੰਟਰੇਸ਼ਨ ਜਿਹੜੀ ਹੈਗੀ ਉਹ ਬਣਾਈ ਜਾਂਦੀ, ਪਾਠ ਦੀ ਬੁਣਤੀ ਦੇ ਉੱਪਰ, ਉਹਦੇ ਪ੍ਰਬੰਧ ਦੇ ਉੱਪਰ, ਉਹਦੇ ਸਟਰਕਚਰ ਦੇ ਉੱਪਰ। ਰੇਡੀਓ ਨਾਟਕ ਵਿੱਚ ਕਿਸ ਉੱਪਰ ਵਧੇਰੇ ਬਲ ਦਿੱਤਾ ਜਾਂਦਾ ਹੈ? ਤਾਂ ਇਹ ਹੈਗਾ ਸੰਗੀਤ ਉੱਪਰ, ਆਵਾਜ਼ ਉੱਪਰ ਤੇ ਸੰਵਾਦ ਉੱਪਰ। ਤਿੰਨੇ ਹੀ ਆਪਸ਼ਨਾਂ ਸਹੀ ਨੇ, ਇਸ ਕਰਕੇ ਸਾਡਾ ਜਿਹੜਾ ਆਨਸਰ ਹੋਏਗਾ ਉਹ ਸੱਸਾ ਹੋਏਗਾ ਇੱਥੇ। ਮਹਾਕਾਵ ਦੇ ਖੰਡ ਕਾਵ ਭੇਦ ਹਨ, ਤਾਂ ਮਹਾਕਾਵ ਤੇ ਖੰਡ ਕਾਵ ਭੇਦ ਹੁੰਦੇ ਨੇ ਪ੍ਰਬੰਧ ਕਾਵ ਦੇ। ਇੱਕ ਵਾਰੀ ਕੁਐਸਚਨ ਪਹਿਲਾਂ ਵੀ ਆ ਚੁੱਕਿਆ, ਰਿਪੀਟ ਹੋ ਗਿਆ ਫਿਰ। ਪ੍ਰਬੰਧ ਕਾਵ ਦੇ ਭੇਦ ਹੁੰਦੇ ਹੈਗੇ ਨੇ ਇਹ ਦੋਨੇ। ਡਿਉਢਾਂ ਰੂਪ ਦੀ ਰਚਨਾ ਕਿਸ ਪੰਜਾਬੀ ਕਵੀ ਨੇ ਕੀਤੀ? ਤੋਂ ਡਿਉਢਾਂ ਰੂਪ ਦੀ ਰਚਨਾ ਜਿਹੜੀ ਹੈਗੀ ਉਹ ਹਾਸ਼ਮ ਨੇ ਵੀ ਕੀਤੀ ਹੈਗੀ ਹੈ ਤੇ ਬੁੱਲੇ ਸ਼ਾਹ ਨੇ ਵੀ ਕੀਤੀ ਹੈਗੀ ਹੈ। ਪਰ ਅਸੀਂ ਇੱਥੇ ਜਿਹੜਾ ਪਹਿਲੀ ਆਪਸ਼ਨ ਉਹ ਬੁੱਲੇ ਸ਼ਾਹ ਨੂੰ ਚੁਣਾਂਗੇ, ਕਿਉਂਕਿ ਬੁੱਲੇ ਸ਼ਾਹ ਹਾਸ਼ਮ ਸ਼ਾਹ ਤੋਂ ਪਹਿਲਾਂ ਹੋਇਆ ਹੈਗਾ। ਇਸ ਕਰਕੇ ਜਿਹੜਾ ਹੈਗਾ ਬੁੱਲੇ ਸ਼ਾਹ ਇੱਥੇ ਸਹੀ ਆਏਗਾ। ਡਿਉਢਾ, ਗੰਢਾ, ਅਠਵਾਰਾ, ਸਤਵਾਰਾ, 12ਵਾਂ ਸ਼ਲੋਕ, ਕਾਫੀ ਬਹੁਤ ਰਚਨਾ ਹੈ ਬੁੱਲੇ ਸ਼ਾਹ ਨੇ ਇਸ ਪੱਧਰ ਤੇ ਕੀਤੀ ਹੈਗੀ ਹੈ। ਤਾਂ ਕੀਤੀ ਹਾਸ਼ਮ ਨੇ ਵੀ ਹੈਗੀ ਹੈ। ਡਿਉਢਾਂ ਦੀ ਰਚਨਾ ਹਾਸ਼ਮ ਵੀ ਕਰਦਾ ਹੈਗਾ, ਦੋੜੇ ਵੀ ਲਿਖਦਾ ਹੈਗਾ ਉਹ, ਪਰ ਬੁੱਲੇ ਸ਼ਾਹ ਜਿਹੜਾ ਹੈਗਾ ਉਦੋਂ ਪਹਿਲਾਂ ਹੋ ਚੁੱਕਿਆ। ਇਸ ਕਰਕੇ ਅਸੀਂ ਇੱਥੇ ਬੁੱਲੇ ਸ਼ਾਹ ਨੂੰ ਹੀ ਜਿਹੜਾ ਟਿਕ ਕਰਾਂਗੇ। ਸੱਸੀ ਪੁੰਨੂ ਦੇ ਕਿੱਸੇ ਦਾ ਸੰਬੰਧ ਕਿਸ ਸੱਭਿਆਚਾਰ ਪਿਛੋਕੜ ਨਾਲ ਹੈ? ਤੋ ਇਹਦਾ ਜਿਹੜਾ ਸਹੀ ਹੈਗਾ ਉਹ ਹੈ ਇਸਲਾਮੀ ਸੱਭਿਆਚਾਰ ਪਿਛੋਕੜ ਦੇ ਨਾਲ, ਸੈਮਟਿਕ ਜਿਹੜਾ ਹੈਗਾ ਬੈਕਗਰਾਉਂਡ ਦੇ ਨਾਲ, ਸੈਮਟਿਕ ਜਿਹੜੀ ਹੈਗੀ ਹੈ ਕਲਚਰ ਦੇ ਨਾਲ ਉਹਦਾ ਸੰਬੰਧ ਹੈਗਾ ਹੈ। ਤੋ ਇਸ ਕਰਕੇ ਜਿਹੜਾ ਇੱਥੇ ਸਾਡਾ ਆਨਸਰ ਜਿਹੜਾ ਹੈਗਾ ਉਹ ਊੜਾ ਆਏਗਾ। ਤੋ ਇਸ ਦੇ ਨਾਲ ਹੀ ਸਾਡਾ ਜਿਹੜਾ ਅੱਜ ਦਾ ਇਹ ਵਿਖਿਆਨ ਹੈਗਾ ਇੱਥੇ ਹੀ ਅਸੀਂ ਇਹਨੂੰ ਵਿਰਾਮ ਦਿੰਦੇ ਹੈਗੇ ਆ। ਤੋ ਅਗਲੀ ਕਲਾਸ ਦੇ ਵਿੱਚ ਹੋਰ ਕੁਐਸਚਨਾਂ ਦੇ ਨਾਲ, ਹੋਰ ਨਵੇਂ MCQ ਦੇ ਨਾਲ ਤੁਹਾਨੂੰ ਮਿਲਾਂਗੇ। ਤੋ ਮੈਨੂੰ ਆਸ ਹੈ ਕਿ ਤੁਸੀਂ ਲਾਹੇਵੰਦ ਜ਼ਰੂਰ ਹੋਵੋਗੇ। ਔਰ ਮੈਂ ਤੁਹਾਨੂੰ ਹਰੇਕ ਤਕਰੀਬਨ ਤੋਂ ਤਕਰੀਬਨ ਕਲਾਸ ਦੇ ਵਿੱਚ ਕਹਿੰਦਾ ਕਿ ਸੰਪੂਰਨਤਾ ਦਾ, ਮੈਂ ਕਈ ਵਾਰ ਕਹਿੰਦਾ ਹੁੰਦਾ ਕਿ ਸੰਪੂਰਨਤਾ ਦਾ ਸਾਡਾ ਕੋਈ ਦਾਅਵਾ ਨਹੀਂ ਹੁੰਦਾ। ਕਈ ਵਾਰ ਕੀ ਹੋ ਜਾਂਦਾ ਹੈ ਕਿ ਕਈ ਕਿਤਾਬਾਂ ਦੇ ਵਿੱਚ ਕੁਝ ਹੋਰ ਦਿੱਤਾ ਹੁੰਦਾ। ਤਕਰੀਬਨ ਮੇਰੀ ਮਨਸ਼ਾ ਤਾਂ ਇਹੀ ਹੁੰਦੀ ਹੈ ਕਿ ਪ੍ਰਤਿਸ਼ਠਿਤ ਕਿਤਾਬਾਂ ਦੇ ਹਵਾਲੇ ਦੇ ਨਾਲ ਹੀ ਕਰਵਾਇਆ ਜਾਵੇ, ਜੋ ਪ੍ਰਤਿਸ਼ਠਿਤ ਕਿਤਾਬਾਂ ਹੈਗੀਆਂ ਨੇ, ਸਥਾਪਿਤ ਕਿਤਾਬਾਂ ਹੈਗੀਆਂ ਨੇ। ਪਰ ਫਿਰ ਵੀ ਕਈ ਵਾਰ ਕੀ ਹੁੰਦਾ ਹੈਗਾ, ਕਈਆਂ ਕਿਤਾਬਾਂ ਦੇ ਵਿੱਚ ਉਲਟ ਸੁਲਟ ਉੱਤਰ ਦਿੱਤੇ ਗਏ ਹੁੰਦੇ ਨੇ। ਤਾਂ ਸੋ ਮੈਂ ਸਟੂਡੈਂਟਸ ਨੂੰ ਇਹੀ ਸੁਜੈਸਟ ਕਰਦਾ ਕਿ ਤੁਸੀਂ ਜਦੋਂ ਪ੍ਰਤਿਸ਼ਠਿਤ ਹੀ ਕਿਤਾਬ ਪੜ੍ਹੋ, ਕਿ ਕੋਈ ਵੀ ਕਿਤਾਬ ਪੜ੍ਹਨੀ ਹੈ, ਮੰਨ ਕੇ ਚੱਲੋ ਕਿ ਤੁਸੀਂ ਪੰਜਾਬੀ ਸਾਹਿਤ ਦਾ ਇਤਿਹਾਸ ਪੜ੍ਹ ਰਹੇ ਹੋ, ਤੇ ਪਹਿਲੀ ਤੁਹਾਡੀ ਆਪਸ਼ਨ ਜਿਹੜੀ ਹੈਗੀ ਉੱਥੇ ਪੰਜਾਬੀ ਸਾਹਿਤ ਦਾ ਇਤਿਹਾਸ ਜਿਹੜਾ ਹੈਗਾ ਤੁਸੀਂ ਭਾਸ਼ਾ ਵਿਭਾਗ ਦਾ ਪੜ੍ਹੋ। ਤੁਹਾਡੇ ਕੋਲ ਜਿਹੜਾ ਪੰਜਾਬੀ ਸਾਹਿਤ ਦਾ ਇਤਿਹਾਸ ਹੈਗਾ ਉਹ ਭਾਸ਼ਾ ਵਿਭਾਗ ਦੇ 2 ਵੋਲਿਊਮ ਉਹਨਾਂ ਨੇ ਛਾਪੇ ਹੈਗੇ ਨੇ, ਉਹ ਤੁਸੀਂ ਪੜ੍ਹੋ ਉਹਨੂੰ। ਔਰ ਦੂਜਾ ਉਸ ਤੋਂ ਬਾਅਦ ਦੇ ਵਿੱਚ ਜਦੋਂ ਤੁਸੀਂ ਗੁਰਮਤ ਕਾਵਿ ਦੀ ਗੱਲ ਕਰਦੇ ਹੋ, ਤੁਸੀਂ ਡਾਕਟਰ ਤਾਰਨ ਸਿੰਘ ਹੋਰਾਂ ਨੂੰ, ਡਾਕਟਰ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਗੁਰਭਗਤ ਸਿੰਘ ਹੈਗੇ ਨੇ, ਡਾਕਟਰ ਮਨਜੀਤ ਇੰਦਰ ਸਿੰਘ ਹੈਗੇ ਨੇ, ਫਿਰ ਡਾਕਟਰ ਪ੍ਰੋਫੈਸਰ ਗੁਲਵੰਤ ਸਿੰਘ ਹੈਗੇ ਨੇ, ਜਾਂ ਪ੍ਰੋਫੈਸਰ ਪ੍ਰੇਮ ਪ੍ਰਕਾਸ਼ ਸਿੰਘ ਹੈਗੇ ਨੇ, ਇਹੋ ਜਿਹੇ ਵਿਦਵਾਨਾਂ ਨੂੰ, ਜਿਹੜਾ ਮਹਿੰਦਰ ਕੌਰ ਗਿੱਲ ਹੈਗੇ ਨੇ, ਇਹੋ ਜਿਹੇ ਵਿਦਵਾਨਾਂ ਨੂੰ ਤੁਸੀਂ ਜਿਹੜਾ ਹੈਗਾ ਉੱਥੇ ਕੋਡ ਕਰੋ। ਤੋ ਇਵੇਂ ਆ ਕਿ ਤੁਸੀਂ ਕੱਚੀ ਪਿੱਲੀ ਜੀ ਕਿਤਾਬ ਜਿਹੜੀ ਹੈਗੀ ਆ ਉਹ ਤੁਸੀਂ ਨਾ ਪੜ੍ਹਿਆ ਕਰੋ। ਤੋ ਇਸ ਕਰਕੇ ਜਿਹੜਾ ਹੈਗਾ ਇਹੀ ਸਲਾਹ ਹੈਗੀ ਤੁਹਾਨੂੰ ਕਿ ਚੰਗੀਆਂ ਕਿਤਾਬਾਂ ਜਿਹੜੀਆਂ ਇਸ ਸੰਦਰਭ ਦੇ ਵਿੱਚ ਪੜ੍ਹੋ। ਤੇ ਫਿਰ ਮਿਲਦੇ ਹਾਂ ਦੂਜੀ ਕਲਾਸ ਦੇ ਵਿੱਚ। ਤਦ ਤੱਕ ਲਈ ਧੰਨਵਾਦ।